ਸਤਿ ਸ਼੍ਰੀ ਅਕਾਲ ਜੀ। ਗੁੱਡ ਈਵਨਿੰਗ। 26 ਮਈ 2021 ਬੁੱਧਵਾਰ ਵਾਲੇ ਦਿਨ ਆਪਾਂ ਜਿਵੇਂ ਕਿ ਹਰ ਵਾਰ ਤੁਹਾਡੇ ਨਾਲ ਸੂਚਨਾਵਾਂ ਲੈ ਕੇ ਸਾਂਝੀਆਂ ਹੁੰਦੀਆਂ। ਮੈਂ ਸਾਰੇ ਜਿੰਨੇ ਵੀ ਸਾਡੇ ਵੀਰ ਤੇ ਭੈਣ ਨੇ ਲੁਧਿਆਣੇ ਜ਼ਿਲ੍ਹੇ ਦੇ ਉਹਨਾਂ ਨੂੰ ਐਟ ਦਾ ਵੈਰੀ ਆਊਟਸੈਟ ਸ਼ੁਰੂ 'ਚ ਹੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਹਾਡੇ ਸਹਿਯੋਗ ਦੇ ਨਾਲ ਜਿਹੜੀ ਸਾਡੀ ਦੂਜੀ ਵੇਵ ਸੀ ਉਸ 'ਚ ਕਾਫੀ ਹੱਦ ਤੱਕ ਆਪਾਂ ਮੱਠਾ ਪਾਉਣ 'ਚ ਕਾਮਯਾਬ ਰਹੇ ਹਾਂ। ਔਰ ਇਹ ਸਾਰੀ ਜਿਹੜੀ ਲਹਿਰ ਹੈਗੀ ਹੈ ਇਹਦਾ ਸਹਿਯੋਗ ਤੁਹਾਨੂੰ ਜਾਂਦਾ ਹੈ ਕਿਉਂਕਿ ਤੁਸੀਂ ਜਿਹੜੀਆਂ ਸਰਕਾਰ ਵੱਲੋਂ ਹਦਾਇਤਾਂ ਆਈਆਂ ਉਹਨਾਂ ਦੀ ਪਾਲਣਾ ਕੀਤੀ। ਬਹੁਤ ਸਾਰੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਲੱਗੀਆਂ ਉਹ ਤੁਹਾਡੇ ਵਪਾਰ 'ਤੇ ਤੁਹਾਡੀ ਜ਼ਿੰਦਗੀ 'ਤੇ ਔਰ ਹਰ ਚੀਜ਼ 'ਤੇ ਉਹਦਾ ਅਸਰ ਪੈਂਦਾ। ਉਸ 'ਚ ਤੁਸੀਂ ਸਾਡੇ ਨਾਲ ਸਹਿਯੋਗ ਕੀਤਾ ਔਰ ਇਹ ਸਹਿਯੋਗ ਆਪਾਂ ਨੂੰ ਅਜੇ ਕੁਝ ਦਿਨ ਹੋਰ ਕਰਨਾ ਪੈਣਾ ਹੈਗਾ। ਪਰ ਜਿਹੜੀਆਂ ਆਪਣੇ ਜ਼ਿਲ੍ਹੇ ਦੀਆਂ ਵਿਸ਼ੇਸ਼ ਪ੍ਰਾਪਤੀਆਂ ਰਹੀਆਂ ਨੇ ਉਹ ਖੁਸ਼ੀ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਕਿ ਇੱਕ ਤਾਂ 7,63,000 ਵੈਕਸੀਨੇਸ਼ਨ ਸਭ ਤੋਂ ਵੱਧ ਪੰਜਾਬ ਦੇ ਵਿੱਚ ਸਭ ਤੋਂ ਤੇਜ਼ ਗਤੀ ਨਾਲ ਲੁਧਿਆਣੇ 'ਚ ਹੋਈ ਹੈ। 13 ਲੱਖ ਟੈਸਟ ਕਰਕੇ ਵੀ ਆਪਾਂ ਸਭ ਤੋਂ ਪਹਿਲੇ ਨੰਬਰ 'ਤੇ ਹਾਂ ਔਰ 15 ਤੋਂ 16,000 ਟੈਸਟ ਹਰ ਰੋਜ਼ ਹੋ ਰਹੇ ਹੈ। ਅੱਜ ਵੀ 16,000 ਤੋਂ ਵੱਧ ਟੈਸਟ ਹੋਏ ਹੈ। ਹੁਣ ਤੱਕ 90% ਤੋਂ ਵੱਧ ਲੋਕ ਠੀਕ ਹੋ ਕੇ 9/9 ਹੋ ਕੇ ਆਪਣੇ ਘਰਾਂ 'ਚ ਗਏ ਹੈ। ਆਪਾਂ ਆਪਣੇ ਜ਼ਿਲ੍ਹੇ 'ਚ 2900 ਬੈੱਡ ਜਿਹੜੇ ਵੱਖ-ਵੱਖ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ 'ਚ ਬਣੇ ਸੀਗੇ ਉਹਨਾਂ 'ਚੋਂ ਅੱਜ ਦੀ ਘੜੀ ਜਿਹੜੇ ਹੈਗੇ ਹੈ ਬੈੱਡ ਅੱਧੇ ਤੋਂ ਵੱਧ 1500 ਤੋਂ ਵੱਧ ਜਿਹੜੇ ਬੈੱਡ ਹੈਗੇ ਆ ਖਾਲੀ ਹੋ ਚੁੱਕੇ ਹੈ। ਔਰ ਸਥਿਤੀ ਜਿਹੜੀ ਹੈਗੀ ਆ ਆਕਸੀਜਨ ਦੀ ਜਿਹੜੀ ਡਿਮਾਂਡ ਹੈ ਉਹ ਪਹਿਲਾਂ ਨਾਲੋਂ 50% ਰਹਿ ਗਈ ਹੈ। ਇਸ ਸਾਰੀ ਜਿਹੜੀ ਜੇ ਆਪਾਂ ਚੰਗੇ ਵਾਲੇ ਪਾਸੇ ਨੂੰ ਔਰ ਬਹੁਤ ਘੱਟ ਸਮੇਂ 'ਚ ਮੁੜੇ ਐਡਾ ਵੱਡਾ ਸ਼ਹਿਰ ਹੋਣ ਦੇ ਬਾਵਜੂਦ ਮੈਟਰੋਪੋਲੀਟਨ ਹੋਣ ਦੇ ਬਾਵਜੂਦ ਜਦ ਕਿ ਆਪਣੀਆਂ ਫੈਕਟਰੀਆਂ ਵੀ ਚੱਲਦੀਆਂ ਰਹੀਆਂ ਇਹ ਸਾਰੇ ਦਾ ਸਿਹਰਾ ਆਪਣੇ ਵਪਾਰੀਆਂ ਨੂੰ, ਸਾਰੇ ਦਾ ਸਿਹਰਾ ਆਮ ਲੋਕਾਂ ਨੂੰ, ਸਾਰੇ ਦਾ ਸਿਹਰਾ ਜਿਹੜੇ ਆਪਣੇ ਸਨਅਤਕਾਰ ਨੇ ਜਿਨ੍ਹਾਂ ਨੇ ਸਾਡੀਆਂ ਰਿਸਟ੍ਰਿਕਸ਼ਨ ਸੀਗੀਆਂ ਉਹਨਾਂ ਨੂੰ ਖਿੜੇ ਮੱਥੇ ਲਿੱਤਾ। ਔਰ ਇਸ ਸਥਿਤੀ ਦੇ ਵਿੱਚ ਜਿਹੜਾ ਆਰਜੀ ਥੋੜ੍ਹਾ ਬਹੁਤ ਸੁਧਾਰ ਪਿਛਲੇ ਦਿਨਾਂ 'ਚ ਹੋਇਆ ਉਹਨੂੰ ਦੇਖਦੇ ਹੋਏ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਡਿਸਾਈਡ ਕੀਤਾ ਗਿਆ ਕਿ ਅੱਜ ਤੋਂ ਜਿਹੜੀਆਂ ਦੁਕਾਨਾਂ ਖੁੱਲ੍ਹਣ ਦਾ ਸਮਾਂ ਹੈਗਾ ਉਹਨੂੰ 3 ਵਜੇ ਤੱਕ ਵਧਾਇਆ ਗਿਆ। ਪਹਿਲਾਂ 1 ਵਜੇ ਤੱਕ ਕੀਤਾ ਗਿਆ ਸੀ। ਕੱਲ੍ਹ ਸਵੇਰੇ ਵੀਰਵਾਰ ਤੋਂ ਇਹਨਾਂ ਨੂੰ 3 ਵਜੇ ਤੱਕ ਸਮਾਂ ਦਿੱਤਾ ਜਾਏਗਾ। ਇਸ ਤੋਂ ਇਲਾਵਾ ਹੋਮ ਡਿਲੀਵਰੀ ਜਿਹੜੀ ਹੈ ਸ਼ਾਮ ਨੂੰ 8 ਵਜੇ ਤੱਕ ਹੁੰਦੀ ਸੀ ਉਹਦਾ ਵੀ ਸਮਾਂ ਵਧਾ ਕੇ 9 ਵਜੇ ਤੱਕ ਕੀਤਾ ਗਿਆ। ਪਰ ਇਹਦੇ ਨਾਲੋਂ ਨਾਲ ਮੈਂ ਇੱਕ ਜਦੋਂ ਆਪਾਂ ਇਹ ਹੌਲੀ ਹੌਲੀ ਇਹਨੂੰ ਖੋਲ੍ਹਣ ਵੱਲ ਨੂੰ ਜਾ ਰਹੇ ਹਾਂ ਕਰਫਿਊ ਨੂੰ, ਇਹਦੇ ਨਾਲੋਂ ਨਾਲ ਤੁਹਾਡੇ 'ਤੇ ਇੱਕ ਜ਼ਿੰਮੇਵਾਰੀ ਔਰ ਮੇਰੇ 'ਤੇ ਵੀ ਔਰ ਪ੍ਰਸ਼ਾਸਨ 'ਤੇ ਵੀ ਆਇਦ ਹੁੰਦੀ ਹੈ ਕਿ ਆਪਾਂ ਜਿਹੜੀ ਆਪਸੀ ਦੂਰੀ ਸਮਾਜਿਕ ਇਕੱਠਾਂ 'ਚ ਜਾਣ ਤੋਂ ਗੁਰੇਜ਼ ਕਰਨਾ, 10 ਤੋਂ ਵੱਧ ਇਕੱਠ ਨਹੀਂ ਕਰਨਾ, ਮਾਸਕ ਲਗਾ ਕੇ ਰੱਖਣਾ, ਉਸ ਚੀਜ਼ 'ਚ ਕੋਈ ਕਮੀ ਨਹੀਂ ਰੱਖਣੀ ਕਿਉਂਕਿ ਤੀਜੀ ਵੇਵ ਦਾ ਖਤਰਾ ਅਜੇ ਵੀ ਬਣਿਆ ਹੋਇਆ। ਤੀਜੀ ਵੇਵ ਦੂਜੀ ਨਾਲੋਂ ਵੀ ਜਿਹੜੀ ਹੈਗੀ ਹੈ ਜ਼ਿਆਦਾ ਘਾਤਕ ਹੋ ਸਕਦੀ ਹੈਗੀ ਹੈ। ਪਰ ਇਸ ਦੂਜੀ ਵੇਵ ਨੂੰ ਕਾਬੂ ਪਾਉਣ ਦੇ ਵਿੱਚ ਜਿਹੜੇ ਸਾਡੇ ਡਾਕਟਰ ਸਾਹਿਬਾਨ ਨੇ, ਉਹਨਾਂ ਦਾ ਪੈਰਾਮੈਡਿਕ ਸਟਾਫ ਹੈ, ਨਰਸਿਸ ਨੇ, ਉਹਨਾਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ। ਉਹਨਾਂ ਨੂੰ ਬੜੇ ਔਖੇ ਸਮੇਂ ਦੇ ਵਿੱਚੋਂ ਦੀ ਲੰਘ ਕੇ ਦਿਨ ਰਾਤ ਉਹਨਾਂ ਨੇ ਕੰਮ ਕੀਤਾ, ਅਜੇ ਵੀ ਕਰ ਰਹੇ ਨੇ। ਆਕਸੀਜਨ ਵੈਰੀਅਰਸ ਜਿਨ੍ਹਾਂ ਨੇ ਕਿ ਸਾਡੀ ਆਕਸੀਜਨ ਬਣਾਈ ਜਿਸ 'ਚ ਕਿ ਵੈਲਟੈਕ ਪਲਾਂਟ ਹੈਗਾ ਔਰ ਉਸ ਤੋਂ ਇਲਾਵਾ ਸਾਡਾ ਜਿਹੜਾ ਵਰਧਮਾਨ ਸਪੈਸ਼ਲ ਸਟੀਲਸ ਹੈਗਾ ਇਹਨਾਂ ਨੇ ਤਾਂ ਖਾਸ ਤੌਰ 'ਤੇ ਹੀ ਸਾਨੂੰ ਆਕਸੀਜਨ ਦਿੱਤੀ। ਪਰ ਇਸ ਤੋਂ ਇਲਾਵਾ ਦਿਨ ਰਾਤ ਸਾਡੇ ਜਿਹੜੇ 8-10 ਡਿਸਟਰੀਬਿਊਟਰ ਔਰ ਹੋਰ ਜਿਹੜੇ ਛੋਟੇ ਬੋਟਲਿੰਗ ਪਲਾਂਟਸ ਹੈਗੇ ਨੇ ਜਿਸ 'ਚ ਕਿ ਹਰਪ੍ਰੀਤ ਕਰਾਈਜੈਨਿਕਸ ਹੈਗਾ, ਇੱਕ ਦੀਪਕ ਗੈਸਿਸ ਕਰਕੇ ਹੈ, ਕ੍ਰਿਸ਼ਨਾ ਗੈਸਿਸ ਕਰਕੇ ਹੈ, ਹੋਰ ਵੀ ਬਹੁਤ ਸਾਰੇ ਨੇ ਜਿਨ੍ਹਾਂ ਦੇ ਮੇਰੇ ਨਾਮ ਯਾਦ ਨਹੀਂ। ਔਰ ਇਹਦੇ ਪਿੱਛੇ ਬਹੁਤ ਸਾਰੇ ਸਾਡੇ ਆਫਿਸਰਸ ਜਿਨ੍ਹਾਂ ਨੇ ਕਿ ਦਿਨ ਰਾਤ ਆਕਸੀਜਨ ਦੀ ਸਪਲਾਈ ਇੱਕ ਸਭ ਤੋਂ ਵੱਡਾ ਇੱਕ ਕਾਰਕ ਸੀਗੀ ਕਿਉਂਕਿ ਬੈੱਡ ਤਾਂ ਕੋਈ ਵੀ ਲੋਹੇ ਦੇ ਖਰੀਦ ਸਕਦਾ ਪਰ ਜਦ ਤੱਕ ਆਕਸੀਜਨ ਨਾ ਹੋਵੇ ਉਦੋਂ ਤੱਕ ਜਿਹੜੀ ਹੈਗੀ ਹੈ ਜਾਨ ਬਚਾਉਣੀ ਸੰਭਵ ਨਹੀਂ ਸੀ। ਉਹਨਾਂ ਸਾਰਿਆਂ ਨੂੰ ਮੇਰਾ ਸਲੂਟ। ਜਿੰਨੇ ਵੀ ਪੁਲਿਸ ਡਿਪਾਰਟਮੈਂਟ ਨੇ, ਵੱਖ-ਵੱਖ ਵਿਭਾਗਾਂ ਨੇ, ਉਹ ਪੇਂਡੂ ਵਿਭਾਗ ਹੋਵੇ, ਚਾਹੇ ਕਿ ਸਾਡਾ ਐਗਰੀਕਲਚਰ ਡਿਪਾਰਟਮੈਂਟ ਹੋਵੇ, ਚਾਹੇ ਕਿ ਸਾਡੀ ਕੋਆਪਰੇਟਿਵ ਕਿਸ ਮਹਿਕਮੇ ਦਾ ਨਾਮ ਲਵਾਂ, ਮਿਊਨਿਸਪਲ ਕਮੇਟੀ ਹੋਵੇ, ਜਿਨ੍ਹਾਂ ਨੇ ਕਿ ਜਿਹੜੇ ਅਨਫੋਰਚੂਨੇਟਲੀ ਜਿਨ੍ਹਾਂ ਦੀ ਡੈਥ ਹੋ ਗਈ ਉਹਨਾਂ ਦੇ ਸੰਸਕਾਰ ਕਰਨ ਦਾ ਕੰਮ ਹੋਵੇ, ਕੁਛ ਹੋਏ, ਸਭ ਤੋਂ ਮੁਸ਼ਕਿਲ ਕੰਮ ਸੀ ਉਹ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਅਤੇ ਉਹਨਾਂ ਦੀ ਟੀਮ ਨੇ ਜਿਹੜਿਆਂ ਨੇ ਵੀ ਕੀਤਾ, ਹੋਮ ਆਈਸੋਲੇਸ਼ਨ ਵਗੈਰਾ ਨੇ ਕੀਤਾ। ਪਰ ਇਹ ਸਾਰਾ ਕੁਛ ਜਿਹੜਾ ਸਰਕਾਰੀ ਤੰਤਰ ਵੀ ਜਦੋਂ ਕੋਈ ਕਾਮਯਾਬ ਹੁੰਦਾ ਹੈਗਾ ਤਾਂ ਉਹ ਸਾਰਾ ਕੁਛ ਤਾਂ ਹੀ ਕਾਮਯਾਬ ਹੁੰਦਾ ਜਦੋਂ ਲੋਕਾਂ ਦਾ ਸਹਿਯੋਗ ਹੁੰਦਾ। ਤਾਂ ਸਭ ਤੋਂ ਵੱਡਾ ਥੈਂਕਸ ਮੇਰਾ ਲੁਧਿਆਣਾ ਵਾਸੀਆਂ ਨੂੰ ਹੈ ਜਿਨ੍ਹਾਂ ਨੇ ਕਿ ਸਾਡੇ ਵੱਲੋਂ ਜੋ ਵੀ ਕੋਈ ਗੱਲ ਜਾਂਦੀ ਰਹੀ ਔਰ ਹਰ ਬੁੱਧਵਾਰ ਮੈਂ ਹੁਣ ਵੀ ਤੁਹਾਨੂੰ ਮਿਲਦਾ ਰਹੂੰਗਾ। ਖਤਰਾ ਅਜੇ ਵੀ ਟਲਿਆ ਨਹੀਂ ਹੈਗਾ, ਅਜੇ ਵੀ ਅਸੀਂ ਹੌਲੀ ਹੌਲੀ ਇਹਨੂੰ ਅਨਲੌਕ ਕਰ ਰਹੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਇੱਕਦਮ ਦੁਬਾਰਾ ਪੋਜ਼ੀਟਿਵਿਟੀ ਵੱਧ ਕੇ ਆਪਣੀ ਕੋਈ ਹਾਲਾਤ ਖਰਾਬ ਹੋਵੇ। ਦੁਬਾਰਾ ਮੈਂ ਇਹ ਕੌਸ਼ਨ ਕਰ ਰਿਹਾ ਹੈਗਾ ਕਿ ਜੋ ਕੋਈ ਬਾਹਰ ਮੂਵਮੈਂਟ ਤੁਹਾਡੇ ਬੱਚਿਆਂ ਦੀ ਜਿਹੜੀ ਕੋਈ ਬਚਾਅ ਹੋ ਸਕਦਾ, ਜਿਹੜੇ ਆਪਾਂ ਫੰਕਸ਼ਨ ਤੋਂ ਭੋਗ ਤੋਂ ਇਹ ਬਾਰ-ਬਾਰ ਸ਼ਿਕਾਇਤ ਆ ਰਹੀ ਹੈ ਕਿ ਪਿੰਡਾਂ ਦੇ ਵਿੱਚ ਅਜੇ ਵੀ ਭੋਗ ਔਰ ਦੂਜੇ ਫੰਕਸ਼ਨ ਜਿਹੜੇ ਉਹਨਾਂ 'ਤੇ ਇਕੱਠ ਹੋ ਰਹੇ ਆ, ਆਪਾਂ ਇਹਨਾਂ ਤੋਂ ਬਚਣਾ। ਇੱਕ ਤਾਂ ਜਿਹੜਾ ਬੰਦਾ ਚਲੇ ਗਿਆ ਉਹਦਾ ਤਾਂ ਆਪਾਂ ਭੋਗ ਪਾ ਹੀ ਰਹੇ ਹਾਂ, ਦੂਜਿਆਂ ਨੂੰ ਇਸ ਖਤਰੇ 'ਚ ਨਹੀਂ ਪਾਉਣਾ। ਬਹੁਤ ਕੁਇਕਲੀ ਮੈਂ ਸਵਾਲ ਲਊਂਗਾ ਕਿਉਂਕਿ ਹਰ ਵਾਰੀ ਵੀਡੀਓ ਬਹੁਤ ਲੰਮੀ ਹੋ ਜਾਂਦੀ ਹੈਗੀ ਹੈ। ਇਸ 'ਚ ਸਨੀ ਸਿਨਹਾ ਸਾਹਿਬ ਦੀ ਕੋਈ ਵੈਕਸੀਨੇਸ਼ਨ ਕੈਂਪ ਬਾਰੇ ਸਲਾਹ ਹੈਗੀ ਹੈ। ਠੀਕ ਹੈ ਜੀ, ਅਸੀਂ ਇਸ 'ਚ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਪ੍ਰਦੀਪ ਸ਼ਰਮਾ ਜੀ
ਇਹ ਕਹਿੰਦੇ ਹੈਗੇ ਆ ਖਿਡਾਰੀਆਂ ਨੂੰ ਕੋਈ ਛੋਟ ਮਿਲਣੀ ਚਾਹੀਦੀ ਹੈ। ਸ਼ਰਮਾ ਸਾਹਿਬ 31 ਤਰੀਕ ਤੱਕ ਰਿਸਟ੍ਰਿਕਸ਼ਨਸ ਪੰਜਾਬ ਸਰਕਾਰ ਵੱਲੋਂ ਨੇ, ਔਰ ਇਸ 'ਚ ਜਦੋਂ ਹੀ ਉੱਪਰੋਂ ਛੋਟ ਆਉਂਦੀ ਹੈ ਤਾਂ ਅਸੀਂ ਇਸ 'ਤੇ ਜ਼ਰੂਰ ਵਿਚਾਰ ਕਰਾਂਗੇ। ਪ੍ਰੇਮ ਸਿੰਘ ਦੀ ਵੀ ਇੱਕ ਸਲਾਹ ਆਈ ਹੈ ਕਿ ਪਿੰਡਾਂ ਦੇ ਵਿੱਚ ਜਿਹੜੀ ਹੈਗੀ ਹੈ ਬਹੁਤ ਇਕੱਠ ਹੋ ਰਹੇ ਨੇ, ਇਹਨੂੰ ਅਸੀਂ ਪਿੰਡਾਂ ਦੇ ਵੀਰਾਂ ਨੂੰ ਅਸੀਂ ਮਿਸ਼ਨ ਫਤਿਹ ਪਿੰਡੂ ਚਲਾਇਆ ਹੋਇਆ, ਉਹਨਾਂ ਨੂੰ ਅਸੀਂ ਵਾਰ-ਵਾਰ ਸਮਝਾ ਰਹੇ ਹਾਂ। ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਹਰ ਗੱਲ ਦਾ ਇਲਾਜ ਸਖਤੀ ਨਹੀਂ ਹੁੰਦਾ। ਪੁਲਿਸ ਤੇ ਪ੍ਰਸ਼ਾਸਨ ਨੇ ਜੋ ਕੁਝ ਕਰਨਾ, ਬਟ ਅਲਟੀਮੇਟਲੀ ਲੋਕਾਂ ਦੀ ਆਪਦੀ ਸਮਝ ਵੀ ਜਿਹੜੀ ਹੈਗੀ ਹੈ ਉਹ ਡਿਵੈਲਪ ਹੋਣੀ ਜ਼ਰੂਰੀ ਹੈ। ਮੈਂ ਬਹੁਤ ਸਾਰੇ ਪਿੰਡਾਂ 'ਚ ਡਾਕਟਰ ਵਿਸ਼ਵ ਮੋਹਨ ਹੋਰਾਂ ਨੂੰ ਔਰ ਆਪਣੀ ਟੀਮ, ਜਿਸ 'ਚ ਕਿ ਮੇਰੇ ADC ਡਿਵੈਲਪਮੈਂਟ, ADC ਜਨਰਲ, ADC ਖੰਨਾ, ਜਗਰਾਓਂ, ਸਾਰਿਆਂ ਨੂੰ ਲੈ ਕੇ ਗਏ ਹਾਂ। ਅਸੀਂ ਸਮਝਾ ਬੁਝਾ ਰਹੇ ਹਾਂ। ਹੈਪੀ ਗਰੇਵਾਲ ਸਾਹਿਬ ਕਹਿੰਦੇ ਆ ਕਿ 18 ਤੋਂ 44 ਦੀ ਵੈਕਸੀਨੇਸ਼ਨ। ਗਰੇਵਾਲ ਸਾਹਿਬ, ਮੈਂ ਖੁਸ਼ੀ ਹੈ ਕਿ ਪੰਜਾਬ ਦੀ 25% ਜਿਹੜੀ ਵੈਕਸੀਨੇਸ਼ਨ ਹੈ ਉਹ ਇਕੱਲੇ ਲੁਧਿਆਣੇ 'ਚ 1,10,000 ਨੌਜਵਾਨ ਹੁਣ ਤੱਕ ਵੈਕਸੀਨੇਟ ਹੋ ਚੁੱਕੇ ਆ, ਜੋ ਕਿ ਸਭ ਤੋਂ ਵੱਧ ਹੈ। ਸੰਨੀ ਬਹਿਲ ਸਾਹਿਬ ਕਹਿੰਦੇ ਹੈ ਹੁਣ ਸਾਨੂੰ ਹੋਰ ਜ਼ਿਆਦਾ ਗਾਈਡਲਾਈਨਸ ਫੋਲੋ ਕਰਨ ਦੀ ਲੋੜ ਹੈ ਜਦੋਂ ਕਿ ਕੇਸ ਘਟ ਰਹੇ ਆ। ਬਿਲਕੁਲ ਤੁਸੀਂ ਸਿਆਣੀ ਗੱਲ ਕਹੀ ਹੈ ਜੀ, ਔਰ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ। ਇਸ ਤੋਂ ਇਲਾਵਾ ਇੱਕ ਸਾਡੇ ਕੋਈ ਵੀਰ ਨੇ ਰਾਜ ਅੰਬੇਦਕਰ ਜੀ, ਇਹਨਾਂ ਦੀ ਸਲਾਹ ਹੈ ਕਿ ਸਾਨੂੰ ਹੌਸਲਾ ਵਧਾਉਣਾ ਚਾਹੀਦਾ ਉਹਨਾਂ ਫਰੰਟਲਾਈਨ ਵਰਕਰਾਂ ਦਾ ਜਿਹੜੇ ਕਿ ਸਿਵਲ ਹਸਪਤਾਲ 'ਚ ਬਹੁਤ ਘੱਟ ਤਨਖਾਹ 'ਤੇ ਕੰਮ ਕਰ ਰਹੇ ਆ। ਅੰਬੇਦਕਰ ਸਾਹਿਬ, ਮੇਰਾ ਤੁਹਾਨੂੰ ਬਿਲਕੁਲ ਸੈਲਿਊਟ ਹੈ, ਤੁਸੀਂ ਬੜੇ ਔਖੇ ਹਾਲਾਤਾਂ 'ਚ ਕੰਮ ਕੀਤਾ ਹੈਗਾ, ਔਰ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਸਿਵਲ ਹਸਪਤਾਲ ਦੇ ਸਟਾਫ ਦੀ ਹੌਸਲਾ ਅਫਜ਼ਾਈ ਜ਼ਰੂਰ ਕਰਾਂਗੇ। ਇੱਕ ਦਿਨ ਅਸੀਂ ਬੈਂਡ ਲੈ ਕੇ ਅਤੇ ਔਰ ਆਪਣੇ ਵੱਲੋਂ ਪੂਰਾ, ਮੈਂ ਅਤੇ CP ਸਾਹਿਬ ਜਾ ਕੇ ਵਧਾਈ ਤੁਹਾਨੂੰ ਦੇ ਕੇ ਗਏ ਸੀਗੇ, ਮੂੰਹ ਵੀ ਮਿੱਠਾ ਕਰਾ ਕੇ ਗਏ ਸੀ। ਹੁਣ ਮੈਂ ਤੁਹਾਨੂੰ ਭਰੋਸਾ ਦਿੰਦਾ ਕਿ ਅਗਲੇ 15 ਦਿਨਾਂ ਦੇ ਦੌਰਾਨ ਮੈਂ ਸਿਵਲ ਹਸਪਤਾਲ ਦੁਬਾਰਾ ਆਊਂਗਾ ਤੁਹਾਡਾ ਹੌਸਲਾ ਵਧਾਉਣ ਲਈ। ਸੈਲਿਊਟ ਹੈ ਤੁਹਾਨੂੰ ਜਿਨ੍ਹਾਂ ਨੇ ਕਿ ਇੰਨਾ ਵਧੀਆ ਕੰਮ ਕੀਤਾ ਹੈ। ਨਾਗਪਾਲ ਸਾਹਿਬ ਕਹਿੰਦੇ ਹੈ ਕਿ ਗਾਈਡਲਾਈਨਸ ਦੇ ਮੁਤਾਬਕ ਕਿੰਨਾ ਚਾਰਜ ਹੋ ਸਕਦਾ। ਵੱਡੀਆਂ ਫੁੱਲ ਪੇਜ ਐਡਵਰਟੀਜ਼ਮੈਂਟਸ ਜਿਹੜੀਆਂ ਹੈਗੀਆਂ CM ਸਾਹਿਬ ਵੱਲੋਂ ਛਪੀਆਂ ਸੀ ਕਿ ਕਿੰਨਾ ਚਾਰਜ ਕਰ ਸਕਦਾ ਹਸਪਤਾਲ, ਬਟ ਮੋਟੇ ਤੌਰ 'ਤੇ ਇਹ ਹੈ ਕਿ ਛੋਟੇ ਹਸਪਤਾਲ 12-13 ਹਜ਼ਾਰ ਦੇ ਨੇੜੇ ਸੀਗੇ, ਮਿਡਲ ਲੈਵਲ ਦੇ 14-15, ਅਤੇ ਜਿਹੜੇ ਮੈਡੀਕਲ ਕਾਲਜ ਨੇ ਉਹ 18,000 ਡੇਲੀ ਦਾ ਸੀਗਾ ICU ਬੈੱਡ ਦਾ। ਬਟ ਤੁਸੀਂ ਕਿਸੇ ਵੀ ਦਿਨ ਦਾ ਨੈੱਟ 'ਤੇ ਸਰਚ ਮਾਰ ਕੇ ਉਹ CM ਸਾਹਿਬ ਦੀ ਜਿਹੜੀ ਐਡ ਆਈ ਹੈ, ਕੋਈ ਅੱਜ ਤੋਂ 10 ਕੁ ਦਿਨ ਪਹਿਲਾਂ ਆਈ ਸੀ, ਉਹ 'ਚ ਪੂਰੀ ਡਿਟੇਲ ਦੱਸੀ ਗਈ ਸੀ, ਔਰ ਇਹ ਸਾਰੀਆਂ ਪਬਲਿਕ ਡੋਮੇਨ ਦੇ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਪਈਆਂ ਹੈਗੀਆਂ ਨੇ। ਸੌਮਿਨ ਡੇ ਸਾਹਿਬ ਨੇ ਕਿਹਾ ਹੈ ਕਿ ਵੀ ਅੱਛਾ ਕੰਮ ਕੀਤਾ ਪ੍ਰਸ਼ਾਸਨ ਨੇ, ਮੈਂ ਤੁਹਾਡਾ ਧੰਨਵਾਦ ਕਰਦਾ ਡੇ ਸਾਹਿਬ ਸਾਡਾ ਹੌਸਲਾ ਵਧਾਉਣ ਲਈ। ਪੂਜਾ ਨਵਜੋਤ ਸਿੰਘ ਜੀ ਕਹਿੰਦੇ ਨੇ ਕਿ ਵਹੀਕਲਸ ਜਿਹੜੇ ਹੈਗੇ ਅਨਨੈਸੈਸਰੀਲੀ ਸਾਇਰਨ ਕਰਦੇ ਨੇ। ਦੇਖੋ ਗੱਲ ਇਸ ਤਰ੍ਹਾਂ ਹੈ, ਜਦੋਂ ਲਾਅ ਐਂਡ ਆਰਡਰ ਦੇ ਟਾਈਪ 'ਤੇ ਅਸੀਂ ਖਾਸ ਕਰਕੇ ਜਦੋਂ ਕਰਫਿਊ ਵਰਗੇ ਹਾਲਾਤ 'ਚ ਮੈਡਮ ਨਿਕਲ ਰਹੇ ਹੋਈਏ ਤਾਂ ਬਹੁਤ ਵਾਰ ਬਹੁਤ ਸਾਰੇ ਲੋਕ, ਸਾਰੇ ਲੋਕ ਨਹੀਂ ਇਸ ਤਰ੍ਹਾਂ ਕਰਦੇ, ਬਟ ਜਿਹੜੇ ਲੋਕ ਲਾਅ ਨੂੰ ਤੋੜਦੇ ਨੇ ਉਹਨਾਂ 'ਚ ਕਾਨੂੰਨ ਦਾ ਡਰ ਬਿਠਾਉਣ ਲਈ ਇਹ ਵੀ ਇੱਕ ਸਭ ਤੋਂ ਆਸਾਨ ਤਰੀਕਾ ਹੁੰਦਾ ਸਾਇਰਨ। ਪਲੀਜ਼ ਬੀਅਰ ਵਿਦ ਅਸ ਫॉर ਸਮ ਡੇਜ਼। ਸਵਿੰਦਰਪਾਲ ਸਿੰਘ ਜੀ ਕਹਿੰਦੇ ਹੈ ਕਿ ਕੋਵਾਸ਼ੀਲਡ ਵੈਕਸੀਨ ਇਹਨਾਂ ਨੇ ਲਿੱਤੀ ਹੈ 16 ਅਪ੍ਰੈਲ ਨੂੰ, ਅਤੇ ਹੁਣ ਕਹਿੰਦੇ ਮੈਨੂੰ ਕਦੋਂ ਲੱਗੂਗੀ। ਇਹਦਾ ਇੰਟਰਨੈਸ਼ਨਲੀ ਜੀ 3 ਮਹੀਨੇ ਦਾ ਕਰਤਾ ਹੁਣ ਟਾਈਮ ਪੀਰੀਅਡ, ਤੋਂ 3 ਮਹੀਨੇ ਬਾਅਦ ਤੁਹਾਨੂੰ ਲੱਗੂਗੀ। ਜੇ ਅਪ੍ਰੈਲ 'ਚ ਲੱਗੀ ਹੈ ਤਾਂ ਜਾ ਕੇ ਜੁਲਾਈ 'ਚ ਹੁਣ ਤੁਹਾਨੂੰ ਲੱਗੂਗੀ। ਸੰਜੇ ਡੁਡੇਜਾ ਜੀ ਕਹਿੰਦੇ ਹੈਗੇ ਹੈ ਸਮ ਵੈਕਸੀਨੇਸ਼ਨ ਸੈਂਟਰ ਪਰਸਨ ਔਨ ਡਿਊਟੀ, ਕਹਿੰਦੇ ਕੁਛ ਕਿਸੇ ਬੰਦੇ ਨੂੰ ਪ੍ਰੈਫਰੈਂਸ ਦਿੱਤੀ। ਇੱਦਾਂ ਦੀਆਂ ਸ਼ਿਕਾਇਤਾਂ ਦੇਖੋ ਆਉਂਦੀਆਂ ਰਹਿੰਦੀਆਂ ਨੇ। ਹਿਊਮਨ ਬੀਇੰਗਸ ਆਰ ਨਾਟ ਰੋਬੋਟਸ, ਔਰ ਮੈਂ ਇਸ ਗੱਲ ਦੀ ਗਰੰਟੀ ਵੀ ਨਹੀਂ ਲੈਂਦਾ ਕਿ ਕਿਤੇ ਥੋੜ੍ਹੀ ਮੋਟੀ ਉਣਤਾਈ ਨਹੀਂ ਹੋਈ ਹੋਊਗੀ, ਪਰ ਤੁਸੀਂ ਵੀ ਇੱਕ ਗੱਲ ਮੰਨੋ ਕਿ 7,63,000 ਬੰਦਿਆਂ ਨੂੰ ਵੈਕਸੀਨ ਲੱਗੀ ਹੈ। ਇੱਕ ਸਮਾਂ ਸੀ ਅਸੀਂ ਮਿੰਨਤਾਂ ਕਰਦੇ ਸੀ ਕਿ ਵੈਕਸੀਨੇਸ਼ਨ ਸੈਂਟਰ 'ਤੇ ਆ ਜਾਓ, ਅਸੀਂ ਇਕੱਲੇ ਪਾਰਕ 'ਚ ਗਏ, ਪਰ ਹੁਣ ਵੈਕਸੀਨ ਦੀ ਕਿਉਂਕਿ ਨੈਸ਼ਨਲ ਲੈਵਲ 'ਤੇ ਕਮੀ ਹੈ, ਲਗਾਉਣ ਵਾਲੇ ਜ਼ਿਆਦਾ ਨੇ। ਬਟ ਤੁਹਾਡੀ ਸਲਾਹ ਬਹੁਤ ਅੱਛੀ ਹੈ, ਅਸੀਂ ਇਹਨੂੰ ਹੋਰ ਸਾਫ਼ ਸੁਥਰਾ ਅਤੇ ਪਾਰਦਰਸ਼ੀ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਕਿਤੋਂ ਮੈਨੂੰ ਵੀ ਇਹ ਸ਼ਿਕਾਇਤਾਂ ਭੀੜ ਦੀਆਂ ਅਤੇ ਪ੍ਰੈਫਰੈਂਸ਼ੀਅਲ ਟਰੀਟਮੈਂਟ ਦੀਆਂ ਆਈਆਂ ਨੇ। ਸੌਮਿਨ ਡੇ ਸਾਹਿਬ ਕਹਿੰਦੇ ਹੈ ਕਿ ਕੋਚਿੰਗ ਸੈਂਟਰਸ ਨੂੰ ਓਪਨ ਕਰ ਦਿਓ। ਪਲੀਜ਼ ਬੀਅਰ ਵਿਦ ਅਸ। ਜਿਵੇਂ ਕਿ ਤੁਸੀਂ ਸੁਣ ਰਹੇ ਹੋ, ਤੀਜੀ ਲਹਿਰ ਦੇ ਵਿੱਚ ਸਾਡੇ ਛੋਟੀ ਉਮਰ ਦੇ ਨੌਜਵਾਨ ਭਾਵ ਟੀਨੇਜਰਸ ਔਰ ਬੱਚਿਆਂ ਦੇ ਖਤਰਾ ਜ਼ਿਆਦਾ ਮੰਡਲਾ ਰਿਹਾ ਹੈਗਾ। ਸੈਂਟਰ ਗਵਰਨਮੈਂਟ ਵੀ ਇਸ 'ਤੇ ਵਿਚਾਰ ਕਰ ਰਹੀ ਹੈ ਕਿ ਕਿਵੇਂ ਜਿਹੜੇ ਬੱਚੇ ਨੇ ਉਹਨਾਂ ਦੇ ਐਗਜ਼ਾਮ +2 ਦੇ ਕਿਉਂਕਿ ਜ਼ਰੂਰੀ ਹੁੰਦੇ ਨੇ, ਪਰ ਖੋਲ੍ਹਿਆ ਅਜੇ ਉਹਨਾਂ ਨੇ ਵੀ ਨਹੀਂ ਹੈ। ਤਾਂ ਜਦੋਂ ਵੀ ਹਦਾਇਤਾਂ ਆਉਣਗੀਆਂ ਜ਼ਰੂਰ ਲਾਗੂ ਕਰਾਂਗੇ। ਮਾਤਾ ਰਾਣੀ ਚੌਂਕ ਬਾਰੇ ਔਡ ਈਵਨ ਕਹਿੰਦੇ ਆ ਮਨੀਸ਼ ਧਵਨ ਸਾਹਿਬ ਹੁਣ ਤਾਂ ਸਵੇਰੇ 5 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਖੋਲ੍ਹਤਾ। ਦੈਟ ਮੀਨਸ 10 ਘੰਟੇ ਦਿਨ ਦੇ 10 ਘੰਟੇ ਮੀਨਸ 24 ਘੰਟੇ 'ਚੋਂ 10 ਘੰਟੇ ਕਿੰਨਾ ਬਣ ਗਿਆ, 40% ਤੋਂ ਵੱਧ ਬਣ ਗਿਆ। ਹੁਣ ਤਾਂ ਆਪਾਂ ਆਲਮੋਸਟ ਖੁੱਲ੍ਹਣ ਵੱਲ ਨੂੰ ਹੀ ਵੱਧ ਰਹੇ ਹਾਂ, ਔਰ 3 ਵਜੇ ਤੱਕ ਸਾਰੀਆਂ ਹੀ ਖੋਲ੍ਹਤੀਆਂ ਜੀ। ਔਡ ਈਵਨ ਦਾ ਜਿਹੜਾ ਹੈਗਾ, ਕਿਹੜਾ ਔਡ ਕਿਹੜਾ ਈਵਨ, ਮੈਂ ਕਈ ਵਾਰੀ ਇਸ 'ਤੇ ਕਾਫੀ ਕੁਛ ਬੋਲ ਚੁੱਕਿਆ। ਅਮਿਤ ਕੁਮਾਰ ਟੀਕਾ ਕੇਂਦਰ ਕੁਛ ਪੱਕੇ ਬਣਾ ਦਿਓ, ਇਹ ਤੁਹਾਡਾ ਚੰਗਾ ਸੁਝਾਅ ਹੈ। ਮੈਂ ਸਿਵਲ ਸਰਜਨ ਮੈਡਮ ਨਾਲ ਹੀ ਗੱਲ ਕਰੂੰਗਾ, ਪਰ ਅਸੀਂ ਜਿਹੜੇ ਥਾਂ 'ਤੇ ਬਦਲਦੇ ਹਾਂ ਉਹ ਇਹ ਹੈ ਕਿ ਅਸੀਂ ਵੱਧ ਤੋਂ ਵੱਧ ਏਰੀਏ ਨੂੰ ਕਵਰ ਕਰੀਏ। ਕਿਸੇ ਨੂੰ ਇਹ ਨਾ ਲੱਗੇ ਵੀ ਕਿਸੇ ਇੱਕ ਏਰੀਏ 'ਚ ਤਾਂ ਬਾਰ-ਬਾਰ ਵੈਕਸੀਨ ਲਾਈ ਜਾਂਦੇ ਆ ਅਤੇ ਸਾਡੇ ਆਉਂਦੇ ਨਹੀਂ।
ਗੁਰਜੀਤ ਸਿੰਘ ਝੱਜ ਸਾਹਿਬ ਇਹ ਕਹਿੰਦੇ ਹੈ ਕਿ ਵੱਡੇ ਲੀਡਰਾਂ 'ਤੇ ਵੀ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਨੇ। ਬਿਲਕੁਲ ਲੱਗੀਆਂ ਹੋਈਆਂ ਨੇ ਜੀ, ਔਰ ਜਿਹਨੇ ਕਿਸੇ ਨੇ ਤੋੜਿਆ ਅਸੀਂ ਪਰਚੇ ਦਿੱਤੇ ਆ, ਪਰ ਪਿਛਲੇ ਦਿਨਾਂ 'ਚ ਕੋਈ ਪੋਲੀਟੀਕਲ ਇਕੱਠ ਅਸੀਂ ਕੋਈ ਵੀ ਅਲਾਉ ਨਹੀਂ ਕੀਤੇ। ਮੋਹਨਜੀਤ ਤਰੀਕੇ ਸਾਹਿਬ ਕਹਿੰਦੇ ਹੈ ਕਿ ਤਾਜ ਸਭ ਤੋਂ ਖਤਰਨਾਕ ਸਾਹਿਬ ਹੈ। ਬਿਲਕੁਲ ਸਾਰੇ ਪਿੰਡਾਂ ਵਾਲਿਆਂ ਨੂੰ, ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ ਹੁਣ ਇਹ ਪਿੰਡਾਂ 'ਚ ਬਿਮਾਰੀ ਵੱਧ ਰਹੀ ਹੈ। ਜਦੋਂ ਆਪਾਂ ਸੱਥ 'ਚ ਬੈਠ ਕੇ ਬਿਨਾਂ ਮਾਸਕ ਤੋਂ ਤਾਸ਼ ਖੇਡਦੇ ਹਾਂ, ਉਹੀ ਹੱਥਾਂ ਨਾਲ ਲੱਗ ਕੇ ਬਾਰ-ਬਾਰ ਜਾਂਦਾ, ਉਹ ਹੱਥ ਤੁਸੀਂ ਮੂੰਹ ਨੂੰ ਵੀ ਲਾਉਂਦੇ ਹੋ, ਇਹਦੇ ਨਾਲ ਬਿਮਾਰੀ ਫੈਲਦੀ ਹੈ। ਕਿਰਪਾ ਕਰਕੇ ਇਹਨਾਂ ਦਿਨਾਂ 'ਚ ਤਾਸ਼ ਜਿਹੜੀ ਹੈਗੀ ਇਸ ਤੋਂ ਗੁਰੇਜ਼ ਕਰੋ, ਮਾਸਕ ਪਾ ਕੇ ਰੱਖੋ। ਜੇ ਚਲੋ ਕਿਸੇ ਨੇ ਆਪਦੇ ਘਰੇ ਖੇਡਣੀ ਵੀ ਹੈਗੀ ਹੈ ਤਾਂ ਐਟਲੀਸਟ ਮਤਲਬ ਆਪਣੇ ਬੁੱਲਾਂ ਨੂੰ ਜਾਂ ਨੱਕ ਨੂੰ, ਅੱਖਾਂ ਨੂੰ ਨਾ ਛੂਓ, ਉਸ ਸਮੇਂ ਹੱਥ ਧੋ ਕੇ ਬਾਅਦ 'ਚ ਛੂਓ। ਸਵਿੰਦਰਜੀਤ ਪਾਲ ਜੀ ਨੇ ਟਾਈਮਿੰਗਸ ਵਧਾਉਣ ਲਈ ਕਿਹਾ ਜੀ, ਤੁਹਾਡੀ ਗੱਲ ਅਸੀਂ ਪਹਿਲਾਂ ਹੀ ਮੰਨ ਲਈ ਜੀ, 3 ਵਜੇ ਤੱਕ ਸ਼ਾਪ ਦਾ ਅੱਜ ਅਸੀਂ ਕਰਤਾ ਜੀ ਟਾਈਮ। ਭਰਪੂਰ ਸਿੰਘ ਠੰਡੀ ਜੀ ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਮਰਗ ਦੇ ਭੋਗਾਂ 'ਤੇ ਬਹੁਤ ਲੋਕ ਇਕੱਠੇ ਹੋ ਰਹੇ ਨੇ। ਮੇਰੇ ਪਿੰਡਾਂ ਦੇ ਵੀਰ ਅਤੇ ਭੈਣਾਂ, ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਪਿੰਡਾਂ 'ਚ ਬਿਮਾਰੀ ਫੈਲ ਰਹੀ ਹੈ। ਬਹੁਤ ਸਾਰੇ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਲੋਕ ਬਿਮਾਰ ਹੋ ਕੇ ਚਲੇ ਜਾਂਦੇ ਨੇ, ਕੋਈ ਕਹਿੰਦਾ ਜੀ ਇਹਨੂੰ ਤਾਂ ਜੀ ਮਿਆਦੀ ਬੁਖਾਰ ਹੋ ਗਿਆ, ਇਹਨੂੰ ਟਾਈਫਾਈਡ ਹੋ ਗਿਆ, ਇਹਨੂੰ ਵਾਇਰਲ ਹੋ ਗਿਆ। ਆਪਾਂ ਇਸ ਤਰ੍ਹਾਂ ਦੇ ਭੁਲਾਵਿਆਂ 'ਚ ਨਾ ਪਈਏ, ਆਪਾਂ ਮੰਨੀਏ ਕਿ ਬਿਮਾਰੀ ਹੈਗੀ ਹੈ। ਦੂਜੀ ਇਹ ਵੀ ਮੰਨੀਏ ਕਿ ਜਾਣ ਵਾਲਾ ਤਾਂ ਚਲਿਆ ਗਿਆ, ਭੋਗ 'ਤੇ ਆਪਾਂ ਅਨਨੈਸੈਸਰੀ ਇਕੱਠ ਕਰਕੇ ਦੂਜਿਆਂ ਨੂੰ ਇਸ ਬਿਮਾਰੀ ਦੀ ਸੌਗਾਤ ਦੇ ਰਹੇ ਹਾਂ। ਸਾਦੇ ਵਿਆਹ, ਸਾਦੇ ਭੋਗ, ਨਾ ਕੋਈ ਚਿੰਤਾ ਨਾ ਕੋਈ ਰੋਗ। ਮੈਂ ਕਈ ਪਿੰਡਾਂ 'ਚ ਜਾਂਦਾ, ਇਹ ਨਾਰਾ ਪੰਜਾਬੀਆਂ ਦਾ ਹੋਣਾ ਚਾਹੀਦਾ, ਇਕੱਲੇ ਕਰੋਨਾ 'ਚ ਨਹੀਂ। ਦੁਬਾਰਾ ਤੋਂ ਰਿਪੀਟ ਕਰ ਰਹੇ ਹਾਂ, ਸਾਦੇ ਵਿਆਹ, ਸਾਦੇ ਭੋਗ, ਨਾ ਕੋਈ ਚਿੰਤਾ ਨਾ ਕੋਈ ਰੋਗ। ਚਿੰਤਾ ਜਦੋਂ ਆਪਾਂ ਕਰਜ਼ਾ ਚੱਕ ਕੇ ਇੰਨੇ ਬੰਦਿਆਂ ਦੀ ਰੋਟੀ ਕਰਦੇ ਹਾਂ, ਉਹਦੀ ਚਿੰਤਾ ਹੁੰਦੀ ਹੈ। ਰੋਗ ਤਾਂ ਵੀ ਜਦੋਂ ਆਪਾਂ 1000 ਬੰਦਾ ਇਕੱਠਾ ਕਰ ਲਿਆ। ਇਹ 'ਚ ਕੋਈ ਵੱਡਾ ਜਾਂ ਛੋਟਾ ਨਹੀਂ ਹੁੰਦਾ। ਵੱਡਾ ਜਾਂ ਛੋਟਾ ਹੈ ਵੀ ਜਿਹੜਾ ਬੰਦਾ ਗਿਆ ਉਹਨੂੰ ਆਪਾਂ ਸ਼ਰਧਾਂਜਲੀ ਦਈਏ, ਉਹਦੇ ਪਾਏ ਪੂਰਨਿਆਂ 'ਤੇ ਚੱਲੀਏ, ਉਹਦਾ ਆਸ਼ੀਰਵਾਦ ਮੰਗੀਏ। ਜਿਹੜੇ ਬੰਦਿਆਂ ਨੇ ਜਾਣਾ ਉਹ ਤਾਂ ਰੋਟੀ ਖਾ ਕੇ ਚਲੇ ਜਾਣਗੇ, ਉਹਦੇ ਨਾਲ ਕੋਈ ਬਜ਼ੁਰਗ ਵੱਡਾ ਜਾਂ ਛੋਟਾ ਨਹੀਂ ਹੁੰਦਾ। ਤੋ ਆਪਾਂ ਥੋੜ੍ਹਾ ਜਿਹਾ ਇਸ 'ਚ ਮੰਨੀਏ, ਔਰ ਕਰੋਨਾ 'ਚੋਂ ਆਪਾਂ ਇੱਕ ਚੰਗੀ ਚੀਜ਼ ਇਹ ਲਈਏ ਵੀ ਕੱਟ ਨਹੀਂ ਬਹੁਤੇ ਕਰਨੇ। ਦਵਿੰਦਰ ਸਹਿਗਲ ਸਾਹਿਬ ਕਹਿੰਦੇ ਹੈ, ਇਹਨਾਂ ਨੇ ਵੀ ਟੀਮ ਦੀ ਤਾਰੀਫ ਕੀਤੀ ਹੈ ਜੀ, ਧੰਨਵਾਦ। ਇੰਡੀਵਿਜੂਅਲ ਕੋਈ ਕੰਮ ਨਹੀਂ ਕਰਦਾ ਸਹਿਗਲ ਸਾਹਿਬ, ਨਾ DC ਕੋਈ ਕੰਮ ਕਰਦਾ ਹੈਗਾ। ਮੇਰੇ ਨੀਚੇ ਘੱਟੋ ਘੱਟ 100 ਅਫਸਰ ਐਸੇ ਨੇ ਜਿਹੜੇ ਦਿਨ ਰਾਤ ਕੰਮ ਕਰਦੇ ਨੇ। ਉਹਨਾਂ ਦੇ ਅਫਸਰਾਂ ਦੇ ਥੱਲੇ ਉਹਨਾਂ ਤੋਂ ਛੋਟੇ ਅਫਸਰ ਨੇ, ਉਹਨਾਂ ਤੋਂ ਥੱਲੇ ਹੋਰ ਟੀਮ ਹੈਗੀ ਆ। ਮਤਲਬ ਘੱਟੋ ਘੱਟ 10,000 ਸਿਵਲ ਦੇ ਅਤੇ 10,000 ਪੁਲਿਸ ਦੇ ਦਿਨ ਰਾਤ ਮੁਲਾਜ਼ਮ ਕੰਮ ਕਰ ਰਹੇ, ਔਰ ਇੰਨੀ ਡਾਕਟਰ ਅਤੇ ਨਰਸਾਂ ਨੇ। ਸੋ DC ਇਹ ਹੈ ਵੀ ਇਹ ਫੇਸਬੁੱਕ 'ਤੇ ਆ ਕੇ ਬੋਲ ਦਿੰਦਾ ਹੈਗਾ, ਮੈਂ ਉਹਨਾਂ ਨੂੰ ਰਿਪਰੈਜ਼ੈਂਟ ਕਰਦਾ, ਪਰ ਕੰਮ ਸਾਰੇ ਉਹ ਕਰ ਰਹੇ ਆ। ਮੈਂ ਤੁਹਾਡੇ ਰਾਹੀਂ ਉਹਨਾਂ ਨੂੰ ਸੈਲਿਊਟ ਕਰਦਾ। ਸੋ DC ਕਰਨ ਵਾਲਾ ਨਹੀਂ, ਇਹ ਟੀਮ ਕਰਨ ਵਾਲੀ ਹੈਗੀ ਆ। ਮੈਂ ਦੁਬਾਰਾ ਔਨ ਰਿਕਾਰਡ, ਕਿਉਂਕਿ ਹੁਣ ਮਾਹੌਲ ਥੋੜ੍ਹਾ ਸੁਧਰ ਗਿਆ, ਦੁਬਾਰਾ ਇਹ ਦੱਸਣਾ ਚਾਹੁੰਦਾ ਕਿ DC ਨਹੀਂ ਕਰਦਾ, ਇਹ ਟੀਮ ਅਤੇ ਲੋਕ ਕਰਦੇ ਨੇ। ਵੰਦਨਾ ਗੋਇਲ ਇਹ ਕਹਿ ਰਹੀ ਹੈ ਕਿ ਸੈਕਿੰਡ ਡੋਜ਼ 60+ ਮੈਂ ਦੱਸਿਆ 3 ਮਹੀਨੇ ਬਾਅਦ ਲੱਗੂਗੀ ਜੀ। ਹਰ ਰੋਜ਼ ਸਾਡੀ ਜਿਹੜੀ ਵੈਬਸਾਈਟ ਹੈਗੀ ਹੈ ludhiana.nic.in ਹੈਗੀ ਹੈ। ਮੈਂ ਇਹਦਾ ਐਗਜ਼ੈਕਟ ਨੋਮਨਕਲੇਚਰ ਇੱਥੋਂ ਬੋਲ ਕੇ ਦੱਸ ਹੀ ਦਿੰਦਾ, ludhiana.nic.in। ਇਹਦੇ 'ਤੇ ਤੁਸੀਂ ਜਾਓਗੇ, ਬੈੱਡਾਂ ਦਾ ਸਟੇਟਸ ਵੀ ਇਹਦੇ 'ਤੇ ਪਾਇਆ, ਰੈਮਡੈਸੀਵੀਰ ਦੀਆਂ ਦਵਾਈਆਂ ਦਾ ਸਟੇਟਸ ਵੀ ਪਾਇਆ, ਔਰ ਸਭ ਤੋਂ ਟੌਪ 'ਤੇ ਵੈਕਸੀਨੇਸ਼ਨ ਪ੍ਰੋਗਰਾਮ ਕਰਕੇ ਪਾਇਆ ਹੋਇਆ। ਜੇ ਤੁਸੀਂ ਇਸ 'ਤੇ ਦੇਖੋ ਸਾਡੀ ਵੈਬਸਾਈਟ 'ਤੇ, ਜਦੋਂ ਤੁਸੀਂ ਇਸ 'ਤੇ ਟੱਚ ਕਰੋਗੇ ਤਾਂ ਅਗਲੇ ਦਿਨ ਕਿੱਥੇ ਕਿੱਥੇ ਕੈਂਪ ਲੱਗਣੇ ਆ ਉਹਦੀ ਬਿਲਕੁਲ ਡਿਟੇਲ ਹੁੰਦੀ ਹੈਗੀ, ਔਰ ਅਸੀਂ ਸੋਸ਼ਲ ਮੀਡੀਆ ਰਾਹੀਂ, ਅਖਬਾਰਾਂ ਰਾਹੀਂ ਵੀ ਇਹ ਸ਼ੇਅਰ ਕਰਦੇ ਹਾਂ। ਰਾਜੂ ਲੁਧਿਆਣਵੀ ਜੀ ਕਹਿੰਦੇ ਹੈ, ਇੱਕ ਕਲੀਅਰ ਕਰੋ ਕਿ 7 ਸੀਟਰ ਕਾਰ 'ਚ ਇਹ ਕੁਛ ਨਹੀਂ, ਇਹ ਕੁਛ ਪੁੱਛ ਰਹੇ ਆ ਕਿ ਕਿੰਨੇ ਬੰਦੇ ਬਹਿ ਸਕਦੇ ਆ। ਰਾਜੂ ਸਾਹਿਬ, ਕੁਛ ਕੁ ਦਿਨਾਂ ਨੂੰ ਸਾਰਾ ਕੁਛ ਠੀਕ ਹੋ ਜਾਣਾ। 31 ਤਰੀਕ ਤੋਂ ਬਾਅਦ ਸਰਕਾਰ ਹੋਰ ਕੁਛ ਨਾ ਕੁਛ ਮੈਨੂੰ ਲੱਗਦਾ ਰਿਆਇਤ ਦੇਊਗੀ, ਪਰ ਫਿਲਹਾਲ ਜਿਹੜੀ ਗੱਲ ਹੈਗੀ ਹੈ, ਇੱਕ ਡਰਾਈਵਰ ਅਤੇ 2 ਬੰਦੇ ਹੋਰ 4 ਵੀਲਰ 'ਚ ਇੰਨੇ ਹੀ ਬੈਠਣਗੇ। ਪ੍ਰੀਤ ਜਸ, ਸੇਵਾ ਕੇਂਦਰ 'ਚ ਭੀੜ ਹੁੰਦੀ ਹੈ, ਪ੍ਰੋਬਲਮ ਹੁੰਦੀ ਹੈ ਕਰੋਨਾ ਕਰਕੇ, ਜ਼ਿੰਮੇਵਾਰੀਆਂ ਦਾ ਕੌਣ ਜ਼ਿੰਮੇਵਾਰ ਹੈ? ਜਸ ਜੀ, ਮੈਨੂੰ ਨਹੀਂ ਪਤਾ ਵੀ ਤੁਸੀਂ ਸੇਵਾ ਕੇਂਦਰ 'ਚ ਮੁਲਾਜ਼ਮ ਹੋ ਕਿ ਕੌਣ ਹੋ। ਮੈਂ ਵੀ ਮੁਲਾਜ਼ਮ ਹੈ, ਮੇਰਾ ਵੀ ਦਫ਼ਤਰ ਖੁੱਲ੍ਹਦਾ ਹੈਗਾ। 50% ਦੇ ਨਾਲ ਅਸੀਂ ਲੋਕਾਂ ਨੂੰ, ਇਹ ਨਹੀਂ ਹੈ ਵੀ ਅਸੀਂ ਰਜਿਸਟਰੀਆਂ ਕਰਨੀਆਂ ਬੰਦ ਕਰ ਦਈਏ। ਕਾਸਟ ਸਰਟੀਫਿਕੇਟ ਵੀ ਲੋਕਾਂ ਨੂੰ ਚਾਹੀਦੇ ਆ, ਪੈਨਸ਼ਨਾਂ ਵੀ ਚਾਹੀਦੀਆਂ। ਸੇਵਾ ਕੇਂਦਰ ਇੱਕ ਤਰ੍ਹਾਂ ਦਾ ਸਰਕਾਰੀ ਦਫ਼ਤਰ ਹੈ। ਇਹ ਪਹਿਲਾਂ ਵੀ ਚੱਲਦੇ ਰਹੇ ਆ, ਅੱਗੇ ਵੀ ਚੱਲਦੇ ਰਹਿਣਗੇ। ਰਜਿਸਟਰੀਆਂ ਵੀ ਹੁੰਦੀਆਂ ਰਹਿਣਗੀਆਂ, ਲਾਇਸੈਂਸ ਵੀ ਬਣਦੇ ਰਹਿਣਗੇ। ਹੁਣ ਤਾਂ ਵੈਸੇ ਵੀ ਸਥਿਤੀ 'ਚ ਸੁਧਾਰ ਹੋ ਰਿਹਾ ਹੈਗਾ। ਪਰਮਿੰਦਰ ਸਿੰਘ ਜੀ ਕਹਿੰਦੇ ਆ ਕਿ ਕੋਵਿਡ ਦਾ ਚਾਰਟ ਸਾਂਝਾ ਕਰਦੇ ਹੋ, ਦੇਖੋ ਉਹ 'ਚ ਪੋਜ਼ੀਟਿਵ ਦੱਸੇ ਹੀ ਹੁੰਦੇ ਆ ਪਰਮਿੰਦਰ ਜੀ। ਰਜੀਵ ਗੋਦਾਨੀ ਜੀ ਕਹਿੰਦੇ ਆ ਟੈਸਟਿੰਗ ਪਲੇਸ ਕੈਨ ਚੈੱਕ ਦਾ ਆਕਸੀਜਨ ਪਿਓਰਿਟੀ ਆਫ ਦਾ ਇੰਡਸਟਰੀਅਲ ਸਿਲੰਡਰਸ। ਇਹ ਬਿਲਕੁਲ ਜੀ, ਜਿਹੜੇ ਸਾਡੇ ਪਲਾਂਟ ਹੁੰਦੇ ਨੇ ਉਹਨਾਂ 'ਚ 95% ਤੋਂ ਉੱਪਰ ਪਿਓਰਿਟੀ ਵਾਲੀ ਆਕਸੀਜਨ ਹੀ ਭੇਜਦੇ ਹਾਂ ਆਪਾਂ ਹਸਪਤਾਲਾਂ ਦੇ ਵਿੱਚ, ਕਿਉਂਕਿ ਮੈਡੀਕਲ ਆਕਸੀਜਨ ਉਹੀ ਬੰਦਾ ਬਣਾ ਸਕਦਾ ਹੈ ਜਿਹਨੂੰ ਕਿ ਇਸ ਚੀਜ਼ ਦਾ ਲਾਇਸੈਂਸ ਮਿਲਿਆ ਹੋਵੇ।
ਔਰ ਲਾਇਸੈਂਸ ਉਦੋਂ ਹੀ ਮਿਲਦਾ ਜਦੋਂ ਉਹਦੇ ਕੋਲ ਲੈਬ ਹੋਵੇ, ਕੁਆਲੀਫਾਈਡ ਇੰਜੀਨੀਅਰ ਹੋਣ। ਔਰ ਜਿਹੜੀ ਆਪਣੀ ਬਹੁਤੀ ਆਕਸੀਜਨ ਆ ਰਹੀ ਹੈ, ਸਿਰਫ ਆਪਣੇ 2000 ਸਿਲੰਡਰ ਇੱਥੇ ਔਰ 701 ਜਗ੍ਹਾ ਤੇ 2700 ਸਿਲੰਡਰ ਲੋਕਲ ਬਣਦੇ ਸੀ, ਪਰ ਬਹੁਤੇ ਇੰਟਰਨੈਸ਼ਨਲ ਕੰਪਨੀਆਂ ਆਈਨੌਕਸ ਹੈ, 에ਅਰ ਲਿਕੁਇਡ ਹੈਗੀ ਆ, ਜਿਨ੍ਹਾਂ ਦੇ ਵੱਡੇ ਵੱਡੇ ਇੰਟਰਨੈਸ਼ਨਲ ਲੈਵਲ ਤੇ ਪਲਾਂਟ ਲੱਗੇ ਆ। ਬੱਦੀ 'ਚ ਲੱਗੇ ਆ, ਹਿਮਾਚਲ 'ਚ, ਉੱਤਰਾਖੰਡ ਦੇ ਦੇਹਰਾਦੂਨ 'ਚ ਲੱਗੇ ਆ, ਪਾਣੀਪਤ। ਉੱਥੋਂ ਪਿਓਰਿਟੀ ਚੈੱਕ ਹੋ ਕੇ ਸਰਟੀਫਿਕੇਟ ਆ ਕੇ ਫਿਰ ਹਸਪਤਾਲਾਂ 'ਚ ਆਕਸੀਜਨ ਆਉਂਦੀ ਸੀ। ਗੁਰਜੀਤ ਗਰੇਵਾਲ ਕਹਿੰਦੇ ਹੈ ਕਿ ਟਾਈਮਿੰਗ ਸ਼ਾਪਸ ਦਾ ਇਹ ਅਸੀਂ ਆਲਰੇਡੀ ਮੰਨ ਲਈ ਜੀ, ਤੁਹਾਡੀ ਗੱਲ 2 ਘੰਟੇ ਹੋਰ ਅੱਜ ਤੋਂ ਵਧਾਤਾ। ਇੰਡਸਟਰੀ ਨੂੰ ਆਕਸੀਜਨ ਸਿਲੰਡਰ ਕਦੋਂ ਮਿਲਣਗੇ? ਬਿਲਕੁਲ ਤੁਹਾਡਾ ਠੀਕ ਸਵਾਲ ਹੈ, ਪਰ ਇਹ ਕਿਉਂਕਿ ਸਰਕਾਰ ਪੱਧਰ ਤੇ ਡਿਸੀਜਨ ਹੋਇਆ ਸੀ। ਜਸਵੰਤ ਸਿੰਘ ਪੁੱਲੀ ਸਾਹਿਬ, ਅਸੀਂ ਸਰਕਾਰ ਨੂੰ ਗੱਲ ਜ਼ਰੂਰ ਪਹੁੰਚਾਵਾਂਗੇ। ਹਸਪਤਾਲਾਂ 'ਚ ਬਰਡਨ ਘਟਿਆ ਔਰ ਮੈਂ ਚਾਹੂੰਗਾ ਕਿ ਸਾਡੀ ਇੰਡਸਟਰੀ ਕੰਮ ਕਰੇ, ਪਰ ਪਲੀਜ਼ ਵੇਟ, ਔਰ ਇਸ 'ਤੇ ਸਰਕਾਰ ਪੱਧਰ ਤੇ ਬੜੀ ਜਲਦੀ ਡਿਸੀਜਨ ਹੋ ਜਾਏਗਾ। ਵਡੇਰਾ ਸਾਹਿਬ ਨੇ ਵੀ ਟੀਮ ਦੇ ਕੰਮ ਦੀ ਤਾਰੀਫ ਕੀਤੀ ਹੈ, ਧੰਨਵਾਦ ਜੀ। ਵਿਮਲ ਜੈਨ, ਕੋਵੈਕਸੀਨ ਦੀ ਕਹਿੰਦੇ ਜੀ ਪਹਿਲੀ ਡੋਜ਼ ਕਦੋਂ ਅਵੇਲੇਬਲ ਹੋਏਗੀ? ਕੋਵੈਕਸੀਨ ਜਿਹੜੀ ਹੈਗੀ ਹੈ ਭਾਰਤ ਬਾਇਓਟੈਕ ਤੋਂ ਆ ਰਹੀ ਹੈ ਜੀ। ਇਹ ਜਿਹੜੀ ਦਵਾਈ ਹੈਗੀ ਹੈ ਇਹਦੀ ਫਿਲਹਾਲ ਅਸੀਂ ਸੈਕਿੰਡ ਡੋਜ਼ ਹੀ ਲਗਾ ਰਹੇ ਹਾਂ, ਪਰ ਮੈਂ ਇੱਕ ਵੀਡੀਓ 'ਚ ਪਹਿਲਾਂ ਵੀ ਕਿਹਾ ਸੀਗਾ, ਕੋਈ ਕਿਸੇ ਖਾਸ ਵੈਕਸੀਨ ਨੂੰ ਨਾ ਇੰਤਜ਼ਾਰ ਕਰੋ ਜੈਨ ਸਾਹਿਬ, ਸਾਰੀਆਂ ਵੈਕਸੀਨਾਂ ਬਰਾਬਰ ਹੈਗੀਆਂ। ਆਪਾਂ ਆਪਦੀ ਸੁਰੱਖਿਆ ਕਰੀਏ, 70% ਲੋਕ ਆਪਾਂ ਕਵਰ ਕਰਨੇ ਆ। ਨਾ ਕੋਈ ਸਪੂਤਨਿਕ ਨੂੰ ਡਿੱਕੇ, ਨਾ ਕੋਈ ਫਾਈਜ਼ਰ ਨੂੰ ਡਿੱਕੇ, ਨਾ ਕੋਈ ਮੋਡਰਨਾ ਨੂੰ ਡਿੱਕੋ, ਨਾ ਕੋਈ ਕੋਵੈਕਸਿਨ ਨੂੰ ਡਿੱਕੋ, ਨਾ ਕੋਵਿਸ਼ੀਲਡ ਨੂੰ। ਜਿਹੜੀ ਮਿਲਦੀ ਆ ਉਹ ਲਵਾਓ, ਪਰ ਫਿਰ ਵੀ ਚਲੋ ਕਈ ਵਾਰੀ ਤੁਹਾਡੇ ਮਨ ਦੀ ਮੌਜ ਹੈ ਜੀ, ਜੋ ਜਿਹਨੂੰ ਅੱਛਾ ਲੱਗਦਾ ਉਹ ਲਗਵਾਵੇ। ਪਰ ਫਿਲਹਾਲ ਸਾਡੇ ਕੋਲ ਕੋਵਿਸ਼ੀਲਡ ਹੈਗੀ ਹੈ। ਪ੍ਰਾਈਵੇਟ ਹਸਪਤਾਲਾਂ ਨੇ ਆਪਦੀ ਵੈਕਸੀਨ ਜਿਹੜੀ ਹੈਗੀ ਹੈ ਪੇਡ ਜਿਹੜੀ ਹੈਗੀ ਲਵਾ ਰਹੇ ਆ, ਉੱਥੋਂ ਤੁਸੀਂ ਚੈੱਕ ਕਰ ਲਿਓ। ਫਿਲਹਾਲ 2 ਹਸਪਤਾਲਾਂ 'ਚ ਲੱਗ ਰਹੀ ਹੈ, ਉਹਨਾਂ ਕੋਲ ਵੀ ਕੋਵਿਸ਼ੀਲਡ ਹੀ ਹੈਗੀ ਹੈ। ਜਲਦੀ ਕੋਵੈਕਸੀਨ ਵੀ ਵੈਸੇ ਆ ਰਹੀ ਹੈ, ਜਿਹੜੀ ਇੰਡਸਟਰੀਜ਼ ਦੇ ਵਿੱਚ ਆਊਗੀ ਉਹ ਕੋਵੈਕਸੀਨ ਆਊਗੀ। ਸੋ ਤੁਸੀਂ, ਕਿਉਂਕਿ ਬਹੁਤ ਸਾਰੀਆਂ ਇੰਡਸਟਰੀਆਂ ਨੇ ਵੱਧ ਵੀ ਮੰਗਾਈ ਹੈ, ਤੁਸੀਂ ਉੱਥੇ ਰਾਬਤਾ ਕਾਇਮ ਕਰਕੇ ਲਵਾ ਸਕਦੇ ਹੋ, ਪਰ ਹੋਊਗੀ ਪੇਡ ਉਹ। ਰਾਹੁਲ ਮਲਹੋਤਰਾ ਜੀ ਕਹਿੰਦੇ ਆ ਪਲੀਜ਼ ਟੈਲ ਹਾਊ ਮਚ ਟੂ ਡਾਊਨਲੋਡ ਸਰਟੀਫਿਕੇਟ ਫਰੋਮ ਕੋਆ ਐਪ। ਇਹ ਭਰਾਵਾ, ਇਹ ਤਾਂ ਬੈਠ ਕੇ ਹੀ ਤੁਹਾਨੂੰ ਦੱਸਿਆ ਜਾ ਸਕਦਾ ਹੈਗਾ। ਤੁਸੀਂ ਸਾਡੇ ਜਾਂ ਤਾਂ ਕੰਟਰੋਲ ਰੂਮ ਤੋਂ ਪੁੱਛ ਲਓ, ਜਾਂ ਤੁਹਾਨੂੰ ਨੈੱਟ ਤੋਂ ਹੀ ਜਾ ਕੇ ਇਹਦਾ ਦੇਖਣਾ ਪੈਣਾ। ਮੰਗਲੀ ਸਾਹਿਬ ਦੀ ਇਹਨਾਂ ਦੀ ਸ਼ਿਕਾਇਤ ਹੈ ਕਿ ਵੀ ਠੇਕਿਆਂ ਦੇ ਵੱਧ ਸਮਾਂ ਸ਼ਰਾਬ ਮਿਲਦੀ ਹੈ। ਦੇਖੋ ਜੀ, ਸਾਡਾ ਜੋ ਲੋਕਡਾਊਨ ਦਾ ਪੀਰੀਅਡ ਹੈਗਾ, ਜੋ ਸਾਡਾ ਕਰਫਿਊ ਦਾ ਪੀਰੀਅਡ ਹੈ, ਲੋਕਡਾਊਨ ਮੈਂ ਗਲਤ ਕਹਿ ਗਿਆ, ਜੇ ਪਹਿਲਾਂ 12 ਵਜੇ ਸੀ, ਫਿਰ 1 ਵਜੇ ਹੈ, ਹੁਣ 3 ਵਜੇ ਅੱਜ ਤੋਂ ਕਰਤਾ। ਸਾਰੀਆਂ ਦੁਕਾਨਾਂ ਲਈ ਬਰਾਬਰ ਹੈ ਔਰ ਸ਼ਰਾਬ ਨੂੰ ਕੋਈ ਸਪੈਸ਼ਲ ਤਰਜੀਹ ਨਹੀਂ ਦਿੱਤੀ ਜਾਂਦੀ। ਜੇ ਕੋਈ ਗਲਤ ਕਰ ਰਿਹਾ, ਤੁਸੀਂ ਫੋਟੋ ਖਿੱਚ ਕੇ ਸਾਡੇ ਕੰਟਰੋਲ ਰੂਮ 'ਤੇ ਭੇਜੋ, ਮੈਨੂੰ ਭੇਜੋ, ਅਸੀਂ ਕਾਰਵਾਈ ਕਰਾਂਗੇ। ਵਿਸ਼ਾਲ ਗੋਇਲ ਸਾਹਿਬ ਕਹਿੰਦੇ ਹੈ ਕਿ ਸੈਕਿੰਡ ਡੋਜ਼ ਕੋਵਿਸ਼ੀਲਡ, ਇਹ ਤਾਂ ਅਸੀਂ ਹਰ ਰੋਜ਼ ਪਬਲਿਕ ਡੋਮੇਨ 'ਚ ਪਾਉਂਦੇ ਹੈ ਜੀ। ਮੰਗਤ ਰਾਏ ਮੰਗੂ ਜੀ, ਇਹਨਾਂ ਨੇ ਵੀ ਬੜੀ ਯਾਨੀ ਕਿ ਤਾਰੀਫ ਕੀਤੀ ਹੈ ਕੰਮ ਦੀ, ਔਰ ਇਹਨਾਂ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਅਜੇ ਹੋਰ ਸੰਜਮ ਰੱਖਣਾ ਚਾਹੀਦਾ। ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ। ਮਨਪ੍ਰੀਤ ਜੀ ਕਹਿੰਦੇ ਆ ਵੀ ਮਾਸਕ ਪਾਉਣਾ ਚਾਹੀਦਾ ਕਿ ਨਹੀਂ ਜਿਨ੍ਹਾਂ ਨੇ ਵੈਕਸੀਨ ਲਵਾ ਲਈ। ਬਿਲਕੁਲ ਤੁਹਾਡਾ ਸਹੀ ਸਵਾਲ ਹੈ, ਔਰ ਇਹ ਕਨਫਿਊਜ਼ਨ ਪਤਾ ਕਿਉਂ ਆਈ ਲੋਕਾਂ ਦੇ ਮਨ 'ਚ? ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣਾ ਜੋ ਬਾਈਡਨ ਸਾਹਿਬ ਜਿੱਦੇ ਬਣੇ, ਉਹਨਾਂ ਨੇ ਕਹਿਤਾ ਵੀ ਲੋੜ ਨਹੀਂ ਹੈਗੀ ਹੁਣ ਵੈਕਸੀਨ ਦੀ। ਕਹਿੰਦੇ ਜਦੋਂ ਲੱਗ ਗਈ ਤਾਂ ਤੁਹਾਨੂੰ ਮਾਸਕ ਪਾਉਣ ਦੀ ਲੋੜ ਨਹੀਂ। ਤੁਹਾਨੂੰ ਯਾਦ ਹੋਏ ਅਮਰੀਕਾ 'ਚ ਵੈਕਸੀਨ ਲੱਗਦੇ ਨੂੰ ਸਾਲ ਹੋ ਗਿਆ। ਅਮਰੀਕਾ ਵਾਹਦ, ਰੂਸ ਪਹਿਲਾ ਮੁਲਕ ਸੀ, ਅਮਰੀਕਾ ਉਸ ਤੋਂ ਬਾਅਦ ਦੂਜਾ ਸੀਗਾ। ਉਹਨਾਂ ਦੀ ਆਪਦੀ ਕੰਪਨੀ ਫਾਈਜ਼ਰ ਹੈ, ਔਰ ਉਹਨਾਂ ਕੋਲ 5.5 ਗੁਣਾ ਵੈਕਸੀਨ ਪਈ ਹੈ। ਉਹਨਾਂ ਨੇ ਆਪਣੇ 70-80% ਬੰਦਿਆਂ ਨੂੰ ਵੈਕਸੀਨ ਲਾਤੀ, ਇਨਕਲੂਡਿੰਗ ਬੱਚਿਆਂ ਨੂੰ ਵੀ ਲਾਉਣੀ ਸ਼ੁਰੂ ਕਰਤੀ 12-13 ਸਾਲ ਦੇ। ਜਦੋਂ ਕਿਸੇ ਦੇਸ਼ ਦੀ 70% ਤੋਂ ਵੱਧ ਆਬਾਦੀ ਨੂੰ ਵੈਕਸੀਨ ਲੱਗ ਜਾਂਦੀ ਹੈ, ਉਹਨੂੰ ਆਪਾਂ ਕਹਿੰਦੇ ਹਾਂ ਹਰਡ ਇਮਿਊਨਿਟੀ। ਹਰਡ ਇੱਕ ਅੰਗਰੇਜ਼ੀ ਦਾ ਵਰਡ ਹੈ। ਹਰਡ ਦਾ ਮਤਲਬ ਹੁੰਦਾ ਇੱਜੜ, ਚੌਣਾ ਨਹੀਂ ਜਿਵੇਂ ਹੁੰਦਾ ਜਦੋਂ ਪਸ਼ੂ ਇਕੱਠੇ ਤੁਰਦੇ ਹੈਗੇ ਆ, ਕਿਉਂਕਿ ਵੈਕਸੀਨੇਸ਼ਨ ਟੀਕਾਕਰਨ ਪਸ਼ੂਆਂ ਦਾ ਵੀ ਹੁੰਦਾ ਹੈਗਾ। ਜੇ 70% ਤੋਂ ਵੱਧ ਤੁਹਾਡਾ ਇੱਜੜ ਸੁਰੱਖਿਅਤ ਹੋ ਗਿਆ ਤਾਂ ਸਮਝੋ ਪੂਰੇ ਦਾ ਪੂਰੇ ਚੌਣੇ 'ਚ ਹੀ ਬਿਮਾਰੀ ਨਹੀਂ ਫੈਲੂਗੀ। ਇਸੇ ਤਰ੍ਹਾਂ ਹੀ ਇਨਸਾਨ ਵੀ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਜਾਨਵਰ ਹੀ ਹੈਗਾ। ਤਾਂ ਮੈਡੀਕਲ ਟਰਮ ਹਰਡ ਇਮਿਊਨਿਟੀ ਉਦੋਂ ਆਉਂਦੀ ਹੈ ਜਦੋਂ 70% ਤੋਂ ਵੱਧ ਲੋਕਾਂ ਨੂੰ ਵੈਕਸੀਨ ਲੱਗ ਜੇ। ਅਮਰੀਕਾ ਨੇ 70% ਤੋਂ ਵੱਧ ਲੋਕਾਂ ਨੂੰ ਵੈਕਸੀਨ ਲਾਤੀ, ਤਾਂ ਉਹ ਕਹਿ ਰਹੇ ਆ ਵੀ ਜਿਹਦੇ ਵੈਕਸੀਨ ਲੱਗ ਗਈ ਉਹ ਮਾਸਕ ਲਾ ਦੇਵੇ। ਭਾਰਤ 'ਤੇ ਇਹ ਗੱਲ ਲਾਗੂ ਨਹੀਂ। ਭਾਰਤ ਦੇ ਵਿੱਚ ਤਾਂ ਅਸੀਂ ਹਾਰਡਲੀ, ਪਿਛਲੇ ਹਫਤੇ ਮੈਂ ਡਾਟਾ ਪੜ੍ਹਿਆ, ਹੁਣ ਹੋ ਸਕਦਾ 5 ਜਾਂ 6% ਹੋ ਗਈ ਹੋਈ, ਭਾਰਤ ਦੇ ਕੇਵਲ 4% ਲੋਕ 130 ਕਰੋੜ 'ਚੋਂ ਪਿਛਲੇ ਹਫਤੇ ਤੱਕ ਕਵਰ ਹੋਏ ਸੀਗੇ। ਲੁਧਿਆਣੇ ਦੇ ਵਿੱਚ ਜਿਹੜੇ ਹੈਗੇ ਆ ਲਗਭਗ ਜਿੰਨਿਆਂ ਨੂੰ ਵੈਕਸੀਨ ਲੱਗਣੀ ਚਾਹੀਦੀ ਹੈ, ਜੇ ਆਪਾਂ ਮੰਨ ਲਈਏ ਵੀ ਮੰਨ ਲਓ 30 ਲੱਖ ਨੂੰ ਲੱਗਣੀ ਚਾਹੀਦੀ ਹੈ, ਜੇ ਆਪਾਂ ਮੰਨ ਲਈਏ 45 ਲੱਖ ਲੋਕ ਨੇ, ਬਾਕੀ ਬੱਚੇ ਮੰਨ ਲਓ, ਤਾਂ ਉਹਦਾ 20% ਹੀ ਆਪਾਂ ਕਵਰ ਕੀਤਾ ਹੈ। ਸੋ ਜਦ ਤੱਕ 70% 'ਤੇ ਆਪਾਂ ਨਹੀਂ ਪਹੁੰਚਦੇ, ਆਪਣੀ ਹਰਡ ਇਮਿਊਨਿਟੀ ਨਹੀਂ ਬਣੀ। ਮੰਨ ਲਓ ਤੁਹਾਡੀ ਇਮਿਊਨਿਟੀ ਹੈਗੀ ਹੈ, ਪਰ ਸਮਾਜ ਦੇ ਵਿੱਚ ਤਾਂ ਇਹ ਵਾਇਰਸ ਹੈ ਹੀ ਹੈ।
ਤੁਸੀਂ ਵੀ ਉਹਦੇ ਕੈਰੀਅਰ ਬਣ ਸਕਦੇ ਹੋ। मैं बार-बार कहना ਜਿਹਦੇ ਇੱਕ ਵਾਰੀ ਲੱਗ ਗਈ ਉਹਨੂੰ ਪ੍ਰੋਬੇਬਿਲਿਟੀ ਘੱਟ ਹੈ ਲੱਗਣ ਦੀ, ਬਿਮਾਰੀ ਲੱਗ ਸਕਦੀ ਹੈ ਪਰ ਹਸਪਤਾਲ ਤੱਕ ਨਹੀਂ ਜਾਊਗਾ। ਸੋ ਇਸ ਕਰਕੇ ਮਨਪ੍ਰੀਤ ਸਿੰਘ ਜੀ ਜਦ ਤੱਕ 70% ਵੈਕਸੀਨੇਸ਼ਨ ਨਹੀਂ ਹੋ ਜਾਂਦੀ, ਜਿੱਦੇ ਲੁਧਿਆਣੇ ਦੀ 70% ਵੈਕਸੀਨੇਸ਼ਨ ਹੋਊਗੀ ਉਹਦੇ ਭਾਵਾਂ ਦੀ ਮਾਸਕ ਲਾ ਦਿਓ, ਉਦੋਂ ਤੱਕ ਨਹੀਂ ਕਰਨਾ ਇਹ ਕੰਮ। ਕਿਰਨ ਢਿੱਲੋਂ ਇਹ ਕਹਿੰਦੇ ਹੈ ਜੀ ਕਾਰ ਬਾਰੇ ਇਹੀ ਗੱਲ ਪੁਰਾਣੀ ਗੱਲ ਕੀਤੀ ਹੈ, ਫਿਲਹਾਲ ਡਰਾਈਵਰ ਪਲੱਸ 2 ਬੰਦੇ। ਇੰਦਰ ਗੁਪਤਾ ਕਹਿੰਦੇ ਜੀ ਗਰੀਬ ਬੰਦਿਆਂ ਦਾ ਮਤਲਬ ਇਹਨਾਂ ਦੀ ਗੱਲ ਦਾ ਮੇਨ ਲੱਭੋ ਲਬਾਵ ਇਹ ਹੈ ਕਿ ਗਰੀਬ ਬੰਦਿਆਂ ਦਾ ਦੇਖੋ, ਗਰੀਬ ਬੰਦਿਆਂ ਦਾ ਹੀ ਧਿਆਨ ਰੱਖ ਕੇ ਜੀ ਦੇਖੋ ਨਾ ਤਾਂ ਰੇਹੜੀਆਂ ਵਾਲੇ ਬੰਦ ਕੀਤੇ, ਹਰੇਕ ਰੋਜ਼ ਸਾਰੀਆਂ ਦੁਕਾਨਾਂ, ਕੋਈ ਜ਼ਰੂਰੀ ਗੈਰ ਜ਼ਰੂਰੀ ਦਾ ਫਰਕ ਦੂਰ ਕਰਤਾ। ਔਰ ਸਰਕਾਰ ਤਾਂ ਧਿਆਨ ਹੀ ਇਹ ਕਰਦੀ ਹੈਗੀ ਹੈ, ਪੰਜਾਬ ਵਾਹਦ ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਨ, ਜਿਹੜਾ ਮਰਜ਼ੀ ਤੁਸੀਂ ਸੂਬਾ ਚੱਕ ਲਓ ਨੇੜੇ ਤੇੜੇ ਦਾ, ਕੰਪਲੀਟ ਲਾਕਡਾਊਨ 2-2 ਮਹੀਨੇ ਹੋ ਗਏ ਲੱਗੇ ਨੂੰ। ਲਾਕਡਾਊਨ ਦਾ ਮਤਲਬ ਸਾਰਾ ਕੁਝ ਹੀ ਬੰਦ, ਇੰਡਸਟਰੀ ਬੰਦ। ਵਾਹਦ ਸੂਬਾ ਪੰਜਾਬ ਐਸਾ ਹੈ ਕਿ 24x7 24 ਘੰਟੇ 7 ਦਿਨ ਇੰਡਸਟਰੀ ਚੱਲਦੀ ਰਹੀ ਹੈ, ਰੋਜ਼ ਦੁਕਾਨਾਂ ਖੁੱਲ੍ਹਦੀਆਂ ਰਹੀਆਂ, ਕਿਸੇ ਜ਼ਿਲ੍ਹੇ 4 ਘੰਟੇ ਖੁੱਲ੍ਹੀਆਂ, ਕਿਸੇ 8 ਖੁੱਲ੍ਹੀਆਂ, ਆਪਾਂ ਵੀ 12 ਵਜੇ ਤੱਕ ਖੁੱਲ੍ਹੀਆਂ ਰੱਖੀਆਂ। ਸੋ ਇਹ ਤਾਂ ਨਾਇਨਸਾਫੀ ਹੈ ਜੇ ਆਪਾਂ ਇਹ ਕਹੀਏ ਵੀ ਗਰੀਬਾਂ ਦਾ ਧਿਆਨ ਨਹੀਂ ਰੱਖਿਆ। ਗਰੀਬਾਂ ਦਾ ਜ਼ਰੂਰ ਧਿਆਨ ਰੱਖਿਆ। ਇਹ ਗੱਲ ਵੱਖਰੀ ਹੈ ਕਿ ਬਿਮਾਰੀ ਜਦੋਂ ਐਡੀ ਵੱਡੀ ਆ ਗਈ, ਯੁੱਧ ਵਰਗੀ ਸਥਿਤੀ ਹੈ, ਨੁਕਸਾਨ ਤਾਂ ਹੋਇਆ ਹੀ ਹੋਇਆ, ਪਰ ਘੱਟੋ ਘੱਟ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਡੇ ਮਨ 'ਚ ਦਰਦ ਹੈ ਜਿਹੜੇ ਲੋਕਾਂ ਦਾ ਵਪਾਰ ਘਟਿਆ, ਔਰ ਹੌਲੀ ਹੌਲੀ ਇਹਨੂੰ ਵਧਾ ਕੇ ਮੇਰਾ ਬਸ ਚੱਲੇ ਤਾਂ ਮੈਂ ਅੱਜ ਹੀ 24 ਘੰਟੇ ਖੋਲ੍ਹਦਾ। ਪਰ ਜਿਹੜੇ ਬੰਦਿਆਂ ਦੇ ਘਰ ਦੇ ਬੰਦੇ ਚਲੇ ਗਏ ਉਹਨਾਂ ਨੂੰ ਪੁੱਛੋ, ਵਪਾਰ, ਪੈਸਾ, ਰੁਜ਼ਗਾਰ ਸਾਰੀਆਂ ਚੀਜ਼ਾਂ ਆ ਜਾਣਗੀਆਂ, ਪਰ ਬੰਦੇ ਕਦੀ ਗਏ ਦੀ ਜਾਨ ਨਹੀਂ ਕਦੇ ਦੁਨੀਆ 'ਚ ਵਾਪਸ ਆ ਸਕਦੀ। ਗੁਰਿੰਦਰ ਸਿੰਘ MP ਜੀ ਕਹਿ ਰਹੇ ਹੈ ਕਿ ਇਹਨਾਂ ਨੇ ਵੀ ਟੀਮ ਦੇ ਕੰਮ ਦੀ ਤਾਰੀਫ ਕੀਤੀ ਹੈ, ਧੰਨਵਾਦ ਜੀ ਤੁਹਾਡਾ। ਰਾਹੁਲ ਮਲਹੋਤਰਾ ਜੀ ਕਹਿੰਦੇ ਹੈ ਕਿ ਮੈਂ ਫਸਟ ਡੋਜ਼ 15 ਮਈ ਨੂੰ ਲਿੱਤੀ ਹੈ, ਕਹਿੰਦੇ ਮੇਰਾ ਮੈਸੇਜ ਨਹੀਂ ਆਇਆ। ਤੁਸੀਂ ਜੀ ਸਾਡਾ 104 ਨੰਬਰ 'ਤੇ ਜਾਂ ਸਿਵਲ ਸਰਜਨ ਦਫ਼ਤਰ ਜਾਂ ਸਾਡਾ ਜਿਹੜਾ ਕੰਟਰੋਲ ਰੂਮ ਹੈਗਾ ਉਸ 'ਤੇ ਸੰਪਰਕ ਕਰੋ। ਔਰ ਮਲਹੋਤਰਾ ਸਾਹਿਬ ਮੈਂ ਤੁਹਾਡਾ ਨੰਬਰ DPRO ਸਾਹਿਬ ਤੋਂ ਲੈ ਕੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਸਿਵਲ ਸਰਜਨ ਮੈਡਮ ਤੱਕ ਇਹ ਗੱਲ ਪਹੁੰਚਾਵਾਂ। ਕਈ ਵਾਰੀ ਕੀ ਹੁੰਦਾ ਵੀ ਜਿਵੇਂ 7,63,000 ਬੰਦਿਆਂ ਨੂੰ ਆਪਾਂ ਵੈਕਸੀਨੇਟ ਕੀਤਾ, ਉਹਦੇ 'ਚ ਤੁਸੀਂ ਵੀ ਮੰਨੋ ਹਰੇਕ ਬੰਦੇ ਦਾ 10 ਡਿਜਿਟ ਦਾ ਆਧਾਰ ਹੁੰਦਾ, 10 ਡਿਜਿਟ ਦਾ ਹੀ ਫ਼ੋਨ ਨੰਬਰ ਹੁੰਦਾ। ਜਿਹੜੇ ਐਂਟਰ ਕਰਨ ਵਾਲੇ ਨੇ ਉਹ ਵੀ ਬੰਦੇ ਨੇ, ਕਿਤੇ ਕੋਈ ਅੱਖਰ 5 ਦੀ ਬਜਾਏ 6 ਦਬ ਗਿਆ, 6 ਦੀ ਬਜਾਏ 4 ਦਬ ਗਿਆ, ਇੱਕ ਅੱਧਾ ਵੀ ਅੱਖਰ ਇੱਧਰ ਉੱਧਰ ਹੋ ਗਿਆ ਤਾਂ ਮੈਸੇਜ ਨਹੀਂ ਆਉਂਦਾ। ਘਬਰਾਉਣਾ ਨਹੀਂ, ਜਦੋਂ ਤੁਸੀਂ ਜਾਓਗੇ ਆਪਦਾ ਪ੍ਰੂਫ ਦੱਸੋਗੇ, ਉਹਦਾ ਆਧਾਰ ਪਾ ਕੇ ਨੈੱਟ ਤੋਂ ਕਰਕੇ ਜਦੋਂ ਤੁਹਾਡੀ ਡਿਊ ਹੋਊਗੀ ਵੈਕਸੀਨ ਤੁਹਾਡੇ ਲੱਗ ਜੂਗੀ। ਹਰਜਿੰਦਰ ਹੁੰਜਨ ਜੀ ਕਹਿੰਦੇ ਹੈ ਕੋਚਿੰਗ ਸੈਂਟਰ ਚਾਲੂ ਕਰ ਦਿਓ। ਨਹੀਂ ਭਾਈ ਸਾਹਿਬ, ਮੈਨੂੰ ਨਹੀਂ ਪਤਾ ਵੀ ਤੁਹਾਡਾ ਆਪਦਾ ਕੋਚਿੰਗ ਸੈਂਟਰ ਹੈ ਕਿ ਤੁਹਾਡਾ ਬੱਚਾ ਹੈ। ਬੱਚਿਆਂ ਦੇ ਮਾਂ ਪਿਓ ਨੂੰ ਪੁੱਛੋ ਮੈਨੂੰ ਕਿੱਦਾਂ ਦੇ ਮੈਸੇਜ ਆਉਂਦੇ ਆ। ਮਾਂ ਪਿਓ ਨੂੰ ਬੱਚੇ ਬੜੇ ਪਿਆਰੇ ਆ ਔਰ ਸਾਨੂੰ ਉਹਨਾਂ ਤੋਂ ਵੱਧ ਪਿਆਰੇ ਹੈਗੇ ਆ। ਸੋ ਇਸ ਕਰਕੇ ਜਦੋਂ ਸਰਕਾਰ, ਭਾਰਤ ਸਰਕਾਰ ਦਾ ਹੈਲਥ ਮੰਤਰਾਲਾ ਤੇ ਪੰਜਾਬ ਸਰਕਾਰ ਕਲੀਅਰ ਨਹੀਂ ਕਰਦੀ, ਕੋਚਿੰਗ ਸੈਂਟਰ ਨਹੀਂ ਖੁੱਲ੍ਹ ਸਕਦੇ। ਸੋ ਜੋ ਵੀ ਆਊਗਾ ਸਾਰੇ ਪੰਜਾਬ ਲਈ ਇਕੱਠਾ ਹੀ ਆਊਗਾ। 31 ਮਈ ਤੱਕ ਤਾਂ ਜੋ ਰਿਸਟ੍ਰਿਕਸ਼ਨਸ CM ਸਾਹਿਬ ਵੱਲੋਂ ਹੈ ਹੀ ਨੇ, ਤਾਂ ਪਲੀਜ਼ ਇੰਤਜ਼ਾਰ ਕਰੋ। ਔਰ ਮੈਂ ਦੁਬਾਰਾ ਤੋਂ ਅਖੀਰ ਦੇ ਵਿੱਚ ਸਾਰੇ ਜਿਹੜੇ ਹੈਲਥ ਕੇਅਰ ਵਰਕਰ ਨੇ, ਸਾਰੇ ਸਰਕਾਰੀ ਮੁਲਾਜ਼ਮ ਨੇ, ਸਾਰੇ ਫਰੰਟਲਾਈਨ ਵਰਕਰ ਨੇ, ਸਾਰੇ ਜਿਸ ਨੇ ਵੀ ਤਿਲ ਫੁੱਲ ਇਸ 'ਚ ਪਾਇਆ ਹੈਗਾ, ਬਹੁਤ ਸਾਰੇ ਪੋਲੀਟੀਕਲ ਲੀਡਰ, ਉਹ ਵੱਖ-ਵੱਖ ਪਾਰਟੀਆਂ ਜਿਹੜੀਆਂ ਮਰਜ਼ੀ ਦੇ ਹੋਣ, ਵੈਕਸੀਨੇਸ਼ਨ 'ਚ ਸਾਨੂੰ ਮਦਦ ਜਿਨ੍ਹਾਂ ਨੇ ਕੀਤੀ ਹੈ, ਧਾਰਮਿਕ ਸੰਸਥਾਵਾਂ ਨੇ। ਲਾਸਟ ਬਟ ਨਾਟ ਦਾ ਲੀਸਟ ਕਾਮਨ ਸਿਟੀਜ਼ਨ। ਕਾਮਨ ਸਿਟੀਜ਼ਨ ਕੌਣ ਹੁੰਦਾ? ਆਮ ਨਾਗਰਿਕ, ਜਿਹੜਾ ਸੜਕ 'ਤੇ ਤੁਰਨ ਵਾਲਾ ਨਾਗਰਿਕ ਹੈਗਾ। ਮਤਲਬ ਇੰਨਾ ਪਿਆਰ ਤੁਸੀਂ ਸਾਨੂੰ ਭੈਣਾਂ ਭਰਾਵਾਂ ਵਾਂਗੂ ਦਿੱਤਾ ਹੈਗਾ, ਇੰਨਾ ਡੰਡੇ ਦੇ ਜ਼ੋਰ ਨਾਲ ਨਹੀਂ ਕਰਫਿਊ ਚੱਲਦਾ, ਬਟ ਜੋ ਕੰਪਲਾਇੰਸ ਰੇਟ ਮੈਂ ਇੱਥੇ ਦੇਖਿਆ, ਈਵਨ ਮੈਂ ਚਲੋ ਕਿਸੇ ਸ਼ਹਿਰ ਦਾ ਨਾਮ ਨਹੀਂ ਲਊਂਗਾ, ਵੱਡੇ ਸ਼ਹਿਰਾਂ ਨਾਲੋਂ ਵੀ ਬਿਹਤਰ ਕੰਪਲਾਇੰਸ ਮੈਨੂੰ ਦਿਖੀ ਹੈ। ਸ਼ਨੀਵਾਰ ਵੀ ਮੈਂ ਗਿਆ, ਐਤਵਾਰ ਵੀ ਗਿਆ, ਅੱਜ ਵੀ ਆ ਹੁਣ 3 ਵਜੇ ਮੈਂ ਜਦੋਂ ਘਰੇ ਰੋਟੀ ਖਾਣ ਆਇਆ ਹੈਗਾ, ਤਾਂ ਉਸ ਵੇਲੇ ਵੀ ਮੈਂ ਦੇਖਿਆ ਵੀ 1 ਵਜੇ ਲੋਕ ਸਹੀ ਆਪਦੀਆਂ ਦੁਕਾਨਾਂ 90-95% ਲੋਕ ਕਰਕੇ ਚਲੇ ਜਾਂਦੇ ਆ। ਤਾਂ ਇਹ ਸਾਰਾ ਤੁਹਾਡੇ ਪਿਆਰ ਤੇ ਸਹਿਯੋਗ ਕਰਕੇ ਹੋਇਆ। ਹੁਣ ਵੀ ਆਪਾਂ ਇਹ ਨਹੀਂ ਸਮਝਣਾ ਵੀ ਵੇਵ ਮੱਠੀ ਪੈ ਗਈ। ਵੈਕਸੀਨ ਜਦੋਂ ਮਿਲਦੀ ਹੈ, ਕੋਈ ਆਪਾਂ ਇਹ ਨਹੀਂ ਇੰਤਜ਼ਾਰ ਕਰਨੀ ਕਿਹੜੀ ਕੰਪਨੀ, ਬਿਲਕੁਲ ਵਹਿਮ ਨਹੀਂ ਕਰਨਾ। ਵੈਕਸੀਨ ਲਵਾਓ, ਆਪਦੇ ਆਪ ਨੂੰ ਔਰ ਆਪਣਿਆਂ ਨੂੰ ਬਚਾਓ। ਔਰ ਜਿਹੜੀ ਆਪਸੀ ਦੂਰੀ, ਮਾਸਕ ਵਗੈਰਾ ਹੈਗੀ ਹੈ, ਇਹ ਹੁਣ ਵੀ ਇੱਦਾਂ ਹੀ ਕਰਨਾ। ਔਰ ਹਰ ਬੁੱਧਵਾਰ ਆ ਕੇ ਮੈਂ ਤੁਹਾਨੂੰ ਕਹਿੰਦਾ ਰਹੂੰਗਾ। ਕਈ ਲੋਕਾਂ ਨੂੰ ਲੱਗਦਾ ਸੀ ਵੀ ਸਾਰਾ ਕੁਝ ਨੈਗੇਟਿਵ ਨੋਟ 'ਤੇ ਹੀ ਕਹਿੰਦੇ ਸੀ, ਅੱਜ ਮੈਂ ਪੋਜ਼ੀਟਿਵ ਨੋਟ 'ਤੇ ਕਹਿ ਰਿਹਾ ਕਿ ਤੁਹਾਡੇ ਸਹਿਯੋਗ ਨਾਲ ਹੁਣ ਆਪਾਂ ਬਿਹਤਰ ਸਮੇਂ 'ਚ ਆਏ ਹਾਂ। ਤੁਹਾਡਾ ਰੁਜ਼ਗਾਰ ਵੀ ਵਧੂਗਾ, ਤੁਹਾਡੀ ਸਿਹਤ ਵੀ ਵਧੂਗੀ, ਪਰ ਅੱਗੇ ਲਈ ਆਪਾਂ ਇੱਦਾਂ ਹੀ ਧਿਆਨ ਰੱਖਣਾ। ਔਰ ਤੀਜੀ ਵੇਵ ਨਾ ਵੜੇ, ਇਹਦੇ ਲਈ ਇੱਕੋ ਇਲਾਜ ਹੈ, ਦਿਮਾਗ ਦੇ ਵਿੱਚ ਨੌਲੇਜ ਸਹੀ ਰੱਖਣੀ, ਸਰਕਾਰ ਔਰ ਵਿਗਿਆਨਕਾਂ ਦੀਆਂ ਗੱਲਾਂ 'ਤੇ ਵਿਸ਼ਵਾਸ ਕਰਕੇ ਇਹਤਿਆਤ ਦੇ ਜੋ ਵੀ ਕਦਮ ਪ੍ਰੀਕਾਸ਼ਨਸ ਨੇ ਉਹ ਰੱਖਣੀਆਂ, ਅਤੇ ਤੀਜਾ ਹੈਗਾ ਤੁਹਾਡੇ ਮੋਢੇ 'ਤੇ ਟੀਕਾ। ਇਹ 3 ਚੀਜ਼ਾਂ ਅਗਰ ਤੁਸੀਂ ਕਰੋਗੇ ਤਾਂ ਤੀਜੀ ਵੇਵ ਲੁਧਿਆਣੇ 'ਚ ਵੜਨੀ ਨਹੀਂ। ਔਰ ਮੇਰਾ ਤਾਂ ਅਹਿਦ ਇਹੀ ਹੈ ਕਿ ਜੇ ਤੁਸੀਂ ਸਹਿਯੋਗ ਕਰੋਗੇ ਔਰ ਸਾਨੂੰ ਟੀਕੇ ਪੂਰੇ ਮਿਲ ਗਏ, ਮੈਨੂੰ ਪੂਰਾ ਯਕੀਨ ਹੈ ਕਿ ਲੁਧਿਆਣੇ 'ਚ ਤੀਜੀ ਵੇਵ ਨਹੀਂ ਆਉਣੀ। ਰੱਬ ਰੱਖਾ।
ਥੈਂਕ ਯੂ।